ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਰੋਜ਼ਾਨਾ ਸਰਵਣ ਕਰਦੀਆਂ ਹੋ। ਉਹਨਾਂ ਗੁਰਬਾਣੀ ਦੀਆਂ ਚੱਲ ਰਹੀਆਂ ਲੜੀਵਾਰ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ। ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਭਾਈ ਸਾਹਿਬ ਹੋਰਾਂ ਪਾਸੋਂ ਬੜੇ ਅਦਬ ਔਰ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ, ਭਗਤ ਫਰੀਦ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ਼ਲੋਕ ਸ਼ੇਖ ਫਰੀਦ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1384 ਦੇ ਉੱਪਰ ਸੁਭਾਇਮਾਨ ਹੈ। ਇਹਨਾਂ ਤੋਂ ਪਹਿਲਾਂ ਆਪ ਸੰਗਤਾਂ 127 ਸ਼ਲੋਕਾਂ ਤੱਕ ਦੀ ਵਿਚਾਰ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ ਔਰ ਅੱਜ ਅਖੀਰਲੇ 3 ਰਹਿੰਦੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਅੱਜ ਸੰਪੂਰਨਤਾ ਹੋਣੀ ਹੈ ਤੇ ਅੱਜ ਇਹਨਾਂ ਸ਼ਲੋਕਾਂ ਦੇ ਅੰਦਰ ਜਿਹੜੇ ਉਪਦੇਸ਼ ਵਜੋਂ ਭਗਤ ਫਰੀਦ ਸਾਹਿਬ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਨੇ, ਉਹਨਾਂ ਵਿੱਚ ਸਭ ਤੋਂ ਪਹਿਲਾਂ ਇੱਕ ਰੱਬੀ ਭਗਤ ਦੀ ਪਰਿਭਾਸ਼ਾ ਹੈ ਜੋ ਭਗਤ ਫਰੀਦ ਸਾਹਿਬ ਜੀ ਦੇ ਰਹੇ ਵੀ ਰੱਬ ਦਾ ਭਗਤ ਕਿਸ ਤਰ੍ਹਾਂ ਦਾ ਹੁੰਦਾ ਹੈ। ਕਿਉਂਕਿ ਗੁਰਬਾਣੀ ਨੇ ਨਾ ਇੱਕ ਬੜਾ ਸੋਹਣਾ ਪ੍ਰਮਾਣ ਸਾਡੀ ਝੋਲੀ ਵਿੱਚ ਪਾਇਆ, ਸਭ ਕੋ ਤੇਰਾ ਭਗਤ ਕਹਾਏ। ਹਰ ਜੀਵ ਹੈ ਜਿਹੜਾ ਆਪਣੇ ਆਪ ਨੂੰ ਰੱਬ ਦਾ ਭਗਤ ਅਖਵਾਉਂਦਾ ਹੈ, ਪਰ ਉਹਦੇ ਅੱਗੇ ਜਿਹੜਾ ਜ਼ਿਕਰ ਕੀਤਾ ਕਹਿੰਦੇ ਸੋਈ ਭਗਤ ਤੇਰਾ ਮਨ ਪਾਏ। ਰੱਬ ਜੀ ਤੁਹਾਡੇ ਮਨ ਨੂੰ ਉਹ ਭਗਤ ਪਾਉਂਦਾ ਹੈ ਜਿਹੜਾ ਸੱਚੀ ਬਾਣੀ ਤੁਧ ਸਾਲਾਹਣ ਰੰਗ ਰਾਤੇ ਭਗਤ ਕਰਾਵਣੇ ਆ ਤੇਰੇ ਮਨ ਨੂੰ ਪਾਉਂਦਾ ਹੈ।
ਆਪਣੇ ਆਪ ਨੂੰ ਭਗਤ ਅਖਵਾ ਲੈਣਾ ਕਾਫੀ ਨਹੀਂ ਹੈ, ਜਾਂ ਆਪਣੇ ਆਪ ਨੂੰ ਭਗਤ ਆਖ ਲੈਣਾ ਵੀ ਕਾਫੀ ਨਹੀਂ। ਅਖਵਾ ਲੈਣਾ ਤੇ ਆਖ ਲੈਣਾ ਕਾਫੀ ਨਹੀਂ ਹੈ। ਕਹਿਣ ਨੂੰ ਤੇ ਸਤਿਗੁਰੂ ਕਹਿੰਦੇ ਭਾਈ ਸਾਰੇ ਹੀ ਨੇ ਜਿਹੜੇ ਰੱਬ ਦੀ ਆਰਾਧਨਾ ਕਰਨ ਵਾਲੇ ਆਪਣੇ ਆਪ ਨੂੰ ਭਗਤ ਅਖਵਾ ਰਹੇ ਨੇ, ਪਰ ਕੀ ਉਹ ਭਗਤ ਹੈ? ਕੀ ਉਹ ਭਗਤ ਸੱਚਮੁੱਚ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੈ? ਸਵਾਲ ਤੇ ਇੱਥੇ ਖੜੋਤਾ। ਮੰਨ ਲਓ ਕਿਸੇ ਇਨਸਾਨ ਨੂੰ ਦੁਨੀਆ ਭਗਤ ਕਹਿ ਰਹੀ ਹੈ, ਕੀ ਪਤਾ ਉਹ ਭਗਤ ਨਾ ਹੋਵੇ। ਤੇ ਹੋ ਸਕਦਾ ਜਿਹਨੂੰ ਦੁਨੀਆ ਇਹ ਕਹਿੰਦੀ ਹੋਵੇ ਵੀ ਇਹ ਤੇ ਮੂਰਖ ਹੈ ਤੇ ਕਦੇ ਭਗਤੀ ਕਰ ਹੀ ਨਹੀਂ ਸਕਦਾ, ਤੇ ਸਭ ਤੋਂ ਵੱਡਾ ਭਗਤ ਹੀ ਉਹ ਹੋਵੇ। ਕਿਉਂਕਿ ਜਿਹੜਾ ਪੱਖ ਮੈਂ ਤੁਹਾਡੇ ਸਨਮੁਖ ਗੁਰਬਾਣੀ ਦਾ ਰੱਖਿਆ ਉਹਦੇ ਵਿੱਚ ਮਾਲਕ ਨੇ ਪਹਿਲੀ ਪੰਕਤੀ 'ਚ ਕਹਿਤਾ, ਸਭ ਕੋ ਤੇਰਾ ਭਗਤ ਕਹਾਏ। ਹਰ ਕੋਈ ਅਖਵਾ ਰਿਹਾ, ਪਰ ਭਗਤ ਤੇ ਅਸੀਂ ਤਾਂ ਹੀ ਮੰਨਾਂਗੇ ਨਾ ਜੇ ਅਗਲਾ ਰੱਬ ਦੇ ਮਨ ਨੂੰ ਭਾਏਗਾ, ਰੱਬ ਨੂੰ ਚੰਗਾ ਲੱਗੇਗਾ, ਤਾਂ ਉਹ ਭਗਤ ਹੈ। ਤੇ ਮਾਲਕ ਜੀ ਕਹਿੰਦੇ ਸੋਈ ਭਗਤ ਤੇਰਾ ਮਨ ਭਾਏ, ਤੇਰੇ ਮਨ ਨੂੰ ਤੇ ਉਹ ਭਗਤ ਪਾਉਂਦਾ ਹੈ। ਸੱਚੀ ਬਾਣੀ ਤੁਧ ਸਾਲਾਹਣ ਰੰਗ ਰਾਤੇ ਗੁਣ ਗਾਵ, ਰੰਗ ਰਾਤੇ ਭਗਤ ਕਰਾਵਣਿਆ, ਜਿਹੜਾ ਰੰਗ ਵਿੱਚ ਰਤਿਆ ਹੋਇਆ ਤੇਰੀ ਭਗਤੀ ਕਰ ਰਿਹਾ ਹੈ। ਤੇ ਮਾਲਕ ਜੀ ਨੇ ਅੱਜ ਜ਼ਿਕਰ ਕੀਤਾ, ਬਾਬਾ ਫਰੀਦ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਕੰਡੀਸ਼ਨ ਰੱਖੀ, ਕਹਿੰਦੇ ਭਗਤ ਦੇ ਵਿੱਚ ਆਹ ਗੁਣ ਹੁੰਦਾ, ਮਤ ਹੁੰਦੀ ਹੋਏ ਇਆਣਾ। ਦੂਜੀ ਕੰਡੀਸ਼ਨ ਤਾਣ ਹੁੰਦੇ ਹੋਏ ਨਿਤਾਣਾ। ਤੀਜੀ ਕੰਡੀਸ਼ਨ ਅਣ ਹੁੰਦੇ ਆਪ ਵੰਡਾਏ। ਫਿਰ ਕਿਤੇ ਜਾ ਕੇ ਕੋ ਐਸਾ ਭਗਤ ਸਦਾਏ, ਫਿਰ ਭਗਤ ਬਣਦਾ ਹੈ। ਪਰ ਜਦੋਂ ਸੰਸਾਰਕ ਤੌਰ ਤੇ ਆਪਾਂ ਵਿਚਰਦੇ ਹਾਂ ਜਾਂ ਸੰਸਾਰ ਨੂੰ ਵੇਖਦੇ ਹਾਂ, ਇਹ ਤਿੰਨੇ ਦੀਆਂ ਤਿੰਨੇ ਕੰਡੀਸ਼ਨਸ ਜਿਹੜੀਆਂ ਬੜੀਆਂ ਔਖੀਆਂ ਨੇ, ਬੜੀਆਂ ਮੁਸ਼ਕਲ ਨੇ। ਕਿ ਬੰਦੇ ਕੋਲ ਮਤ ਹੋਵੇ ਤੇ ਬੰਦਾ ਕਵੇ ਮੈਂ ਮੂਰਖ ਹਾਂ, ਨਹੀਂ। ਬੰਦੇ ਕੋਲ ਜ਼ੋਰ ਹੋਵੇ ਤੇ ਤਾਕਤ ਹੋਵੇ, ਬੰਦਾ ਕਵੇ ਨਹੀਂ ਮੈਂ ਤੇ ਨਿਰਬਾਲੇ ਹਾਂ ਜੀ, ਮੇਰੇ ਕੋਲ ਕੋਈ ਤਾਕਤ ਨਹੀਂ। ਤੇ ਇਨਸਾਨ ਕੋਲ ਕੁਝ ਵੰਡਣ ਨੂੰ ਹੋਵੇ ਨਾ ਤੇ ਆਪਣੇ ਹਿੱਸੇ ਚੋਂ ਵੰਡ ਦੇ, ਬੜਾ ਕਠਿਨ ਹੈ। ਨਹੀਂ ਤੇ ਹੁੰਦਿਆਂ ਹੋਇਆਂ ਵੀ ਕੋਈ ਵੰਡਣ ਨੂੰ ਤਿਆਰ ਨਹੀਂ ਹੈ। ਇਹ ਤਿੰਨੋਂ ਦੀਆਂ ਤਿੰਨੋਂ ਬਾਤਾਂ ਬੜੀਆਂ ਅਦਭੁਤ ਜਿਹੀਆਂ ਭਗਤ ਫਰੀਦ ਸਾਹਿਬ ਨੇ ਕੀਤੀਆਂ, ਕਿਉਂਕਿ ਦੁਨੀਆ ਦੇ ਵਿੱਚ ਹਰ ਬੰਦਾ ਕਹਿੰਦਾ ਮੈਂ ਸਿਆਣਾ ਆ, ਬਾਕੀ ਦੁਨੀਆ ਜਿਹੜੀ ਹੈ ਉਹ ਤੇ ਮੂਰਖ ਤੁਰੀ ਫਿਰਦੀ ਹੈ। ਹਰ ਬੰਦੇ ਦੀ ਇਹ ਸੋਚ ਹੈ, ਤੇ ਉਹ ਆਪਣੀ ਸਿਆਣਪ ਦੇ ਨਾਲ, ਆਪਣੀਆਂ ਚਤੁਰਾਈਆਂ ਦੇ ਨਾਲ, ਆਪਣੀਆਂ ਚਲਾਕੀਆਂ ਦੇ ਨਾਲ ਉਹ ਦੂਜਿਆਂ ਦੀਆਂ ਅੱਖਾਂ ਵਿੱਚ ਘਾਟਾ ਵੀ ਪਾਉਣਾ ਜਾਣਦਾ, ਸੰਸਾਰ ਨੂੰ ਮੂਰਖ ਵੀ ਬਣਾਉਣਾ ਜਾਣਦਾ। ਤੇ ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਮੰਨ ਲਏਗਾ ਵੀ ਮੇਰੇ ਕੋਲ ਮਤ ਨਹੀਂ ਹੈ ਜਾਂ ਮੈਂ ਸਿਆਣਪ ਦਾ ਮਾਲਕ ਨਹੀਂ ਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਨਾ ਇੱਕ ਬਚਨ ਹੋਰ ਬੜਾ ਪਿਆਰਾ ਆਪਣੀ ਬਾਣੀ ਦੇ ਅੰਦਰ ਕੀਤਾ, ਕਹਿੰਦੇ ਸੋਈ ਗਿਆਨੀ ਧਿਆਨੀ ਭਗਤ ਤਪਾ ਸੋਈ। ਹੁਣ ਗਿਆਨੀ ਵੀ, ਭਗਤ ਵੀ, ਤਪਾ ਵੀ ਤੇ ਧਿਆਨੀ ਵੀ ਉਹ ਹੈ ਜਿਹੜਾ ਕਿਤੇ ਅਕਾਲ ਪੁਰਖ ਪਰਮੇਸ਼ਵਰ ਨੂੰ ਭਾ ਜਾਏ ਤੇ ਉਹਦੇ ਗੁਣ ਗਾਉਣ ਦੀ ਜਾਚ ਆਪਣੇ ਜੀਵਨ ਦੇ ਅੰਦਰ ਸਿੱਖ ਲਏ, ਉਹਦੇ ਗੁਣਾਂ ਨੂੰ ਕਮਾਉਣ ਲੱਗ ਜਾਂਦਾ ਹੈ। ਭਗਤ ਤੇ ਉਹ ਹੈ ਆਪਣੇ ਆਪ ਦਾ ਨਾਮ ਭਗਤ ਰਖਵਾ ਲੈਣਾ ਵੀ ਸਾਨੂੰ ਭਗਤ ਨਹੀਂ ਬਣਾ ਸਕਦਾ। ਕਿਉਂਕਿ ਜਦੋਂ ਭਗਤ ਦੇ ਜੀਵਨ ਵਿੱਚ ਝਾਤ ਮਾਰਦੇ ਆਂ, ਭਗਤ ਦੇ ਜੀਵਨ ਨੂੰ ਵੇਖਦੇ ਆਂ, ਤੇ ਭਗਤ ਦਾ ਜੀਵਨ ਤੇ ਇਹ ਕਹਿੰਦਾ ਮੈਂ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਤੇ ਇਨਸਾਨ ਕਿਹੜਾ ਜਿਹੜਾ ਇਹ ਕਹਿਣ ਨੂੰ ਤਿਆਰ ਹੈ ਵੀ ਮੈਂ ਬੌਰਾ ਤੇ ਸਭ ਖਲਕ ਸਿਆਣੀ। ਇਹੀ ਹੈ ਨਾ ਮਤ ਹੁੰਦੇ ਹੋਏ ਇਆਣਾ। ਇਹ ਨਹੀਂ ਵੀ ਕੋਲੇ ਰੱਬ ਨੇ ਸਮਝ ਨਹੀਂ ਦਿੱਤੀ, ਕੋਲੇ ਰੱਬ ਨੇ ਸੂਝ ਨਹੀਂ ਦਿੱਤੀ, ਰੱਬ ਨੇ ਕੋਲੇ ਮਤ ਨਹੀਂ ਦਿੱਤੀ। ਹਰ ਚੀਜ਼ ਰੱਬ ਨੇ ਦੇ ਕੇ ਨਵਾਜਿਆ।
ਪਰ ਅਗਲਾ ਆਪਣੀ ਮਤ ਹੁੰਦਿਆਂ ਹੋਇਆਂ ਵੀ ਇਹ ਗੱਲ ਕਹਿੰਦਾ ਵੀ ਨਹੀਂ ਜੀ, ਰੱਬ ਜੀ ਮੇਰੇ ਤੋਂ ਸਾਰੇ ਦਾ ਸਾਰਾ ਸੰਸਾਰ ਹੀ ਸਿਆਣਾ, ਮੈਂ ਸਿਆਣਿਆਂ ਦੀ ਗਿਣਤੀ 'ਚ ਆਇਆ ਹੀ ਕਦੇ ਨਹੀਂ। ਦੁਨੀਆ ਤੇ ਉਹਨੂੰ ਹੀ ਸਿਆਣਾ ਮੰਨਦੀ ਹੈ ਨਾ ਜਿਹੜਾ ਬੰਦਾ ਆਪਣੇ ਆਪ ਦੀਆਂ ਸਿਆਣਪਾਂ ਤੇ ਚਲਾਕੀਆਂ ਦੇ ਨਾਲ ਕਿਸੇ ਨੂੰ ਮੂਰਖ ਬਣਾ ਸਕਦਾ ਹੋਵੇ, ਕਿਸੇ ਦੀਆਂ ਅੱਖਾਂ 'ਚ ਘੱਟਾ ਪਾ ਸਕਦਾ ਹੋਵੇ, 4 ਪੈਸੇ ਆਪਣੀ ਸਿਆਣਪ ਨਾਲ ਕਮਾ ਸਕਦਾ ਹੋਵੇ, 4 ਬੰਦਿਆਂ ਨੂੰ ਆਪਣੀ ਸਿਆਣਪ ਨਾਲ ਮੂਰਖ ਬਣਾ ਸਕਦਾ ਹੋਵੇ। ਦੁਨੀਆ ਤੇ ਉਸੇ ਨੂੰ ਸਿਆਣਾ ਕਹਿੰਦੀ ਹੈ, ਉਸੇ ਨੂੰ ਮਤਵਾਨ ਕਹਿੰਦੀ ਹੈ। ਪਰ ਭਗਤ ਇਹ ਚੀਜ਼ਾਂ ਥੋੜੀ ਕਰਦਾ। ਭਗਤ ਸੰਸਾਰ ਨੂੰ ਮੂਰਖ ਨਹੀਂ ਬਣਾਉਂਦਾ। ਭਗਤ ਆਪਣੀ ਸਿਆਣਪ ਆਪਣੀ ਚਲਾਕੀ ਦੇ ਨਾਲ ਕਿਸੇ ਦੀਆਂ ਅੱਖਾਂ 'ਚ ਘੱਟਾ ਨਹੀਂ ਪਾਉਂਦਾ। ਜਾਂ ਭਗਤ ਇਹ ਨਹੀਂ ਕਹਿੰਦਾ ਵੀ ਰੱਬ ਨੇ ਮੈਨੂੰ ਹੀ ਸਿਆਣਪ ਦੇ ਕੇ ਨਵਾਜਿਆ, ਮੈਨੂੰ ਹੀ ਮੱਤ ਦੇ ਕੇ ਨਵਾਜਿਆ। ਉਹ ਤੇ ਕਹਿੰਦਾ ਵੀ ਮੇਰੇ ਨਾਲੋਂ ਸਾਰੇ ਦਾ ਸਾਰਾ ਸੰਸਾਰ ਚੰਗਾ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਇ। ਭਗਤ ਦੀ ਅਵਸਥਾ ਤੇ ਆ ਹੈ। ਉਹ ਆਪਣੇ ਆਪ ਨੂੰ ਕਦੇ ਭਗਤ ਨਹੀਂ ਜੇ ਅਖਵਾ ਸਕਦਾ ਜਿਹੜਾ ਆਪਣੇ ਕੋਲ ਆਪਣੀ ਸਿਆਣਪ ਤੇ ਆਪਣੀਆਂ ਚਤੁਰਾਈਆਂ ਨਾਲ ਇਹ ਕਵੇ ਵੀ ਮੈਂ ਭਗਤ ਆ। ਮਾਲਕ ਕਹਿੰਦੇ ਸੱਜਣਾ ਤੂੰ ਰੱਬ ਦੀਆਂ ਨਜ਼ਰਾਂ 'ਚ ਕਿੱਥੋਂ ਪ੍ਰਵਾਨ ਹੋਏਗਾ? ਰੱਬ ਦੀਆਂ ਨਜ਼ਰਾਂ 'ਚ ਤੇ ਪ੍ਰਵਾਨ ਉਹ ਹੁੰਦਾ ਜਿਹੜਾ ਆਪਣੀ ਮੱਤ ਛੱਡ ਦਿੰਦਾ ਹੈ। ਇਹ ਹੈ ਕੋਈ ਮੱਤ ਛੱਡਣ ਨੂੰ ਤਿਆਰ? ਜਿਸ ਹਿਸਾਬ ਦੇ ਨਾਲ ਦੁਨਿਆਵੀ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ ਸਮਾਜ ਚੱਲ ਰਿਹਾ, ਦੁਨੀਆ ਚੱਲ ਰਹੀ ਹੈ, ਅੱਜ ਦੇ ਸਮੇਂ 'ਚ ਕੋਈ ਤਿਆਰ ਨਹੀਂ ਜੇ ਜਿਹੜਾ ਆਪਣੇ ਆਪ ਨੂੰ ਮੂਰਖ ਅਖਵਾਉਣ ਲਈ ਹੋਵੇ, ਜਾਂ ਜਿਹੜਾ ਇਹ ਆਖੇ ਵੀ ਮੇਰੇ ਕੋਲ ਮੱਤ ਨਹੀਂ ਹੈ। ਕੋਈ ਤਿਆਰ ਨਹੀਂ ਜੇ। ਇਸ ਸਮਾਜ ਨੇ ਪ੍ਰਵਾਨਗੀ ਨਹੀਂ ਦੇਣੀ। ਤੇ ਬੰਦੇ ਦੀ ਜਿਹੜੀ ਲਾਲਸਾ ਉਹ ਇਹੀ ਹੈ ਵੀ ਮੈਂ ਸਮਾਜ ਵਿੱਚ ਪ੍ਰਵਾਨਗੀ ਲੈ ਸਕਾਂ, ਮੈਨੂੰ ਸਮਾਜ ਵਿੱਚ ਪ੍ਰਵਾਨਗੀ ਮਿਲ ਜਾਏ। ਬੰਦੇ ਦੀ ਲਾਲਸਾ ਤੇ ਇਹੀ ਹੈ। ਬੰਦੇ ਨੇ ਕਦੇ ਸੋਚਿਆ ਹੀ ਨਹੀਂ ਵੀ ਮੈਂ ਸਮਾਜ 'ਚ ਪ੍ਰਵਾਨਗੀ ਲੈਂਦਾ ਕਿਤੇ ਰੱਬ ਦੇ ਦਰ ਤੋਂ ਬੇਮੁਖ ਨਾ ਹੋ ਜਾ। ਸਮਾਜ ਵਿੱਚ ਪ੍ਰਵਾਨ ਹੁੰਦਿਆਂ ਹੋਇਆਂ, ਸਮਾਜ ਵਿੱਚ ਆਪਣੇ ਆਪ ਨੂੰ ਸਿਆਣਾ ਸਾਬਤ ਕਰਦਿਆਂ ਕਿਤੇ ਗੁਰੂ ਦੀਆਂ ਨਜ਼ਰਾਂ 'ਚ ਮੈਂ ਮੂਰਖ ਸਾਬਤ ਨਾ ਹੋ ਜਾ। ਇਹ ਤੇ ਕਦੇ ਸੋਚਿਆ ਹੀ ਨਹੀਂ। ਇਨਸਾਨੀ ਜੋ ਫਿਤਰਤ ਹੈ। ਫਿਰ ਮਾਲਕ ਜੀ ਕਹਿੰਦੇ ਮੱਤ ਤੇ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਮਤਹੀਣ ਆਖਣਾ, ਇਆਣਾ ਬਣ ਕੇ ਰਹਿਣਾ। ਕਿਉਂਕਿ ਚੇਤੇ ਰੱਖਿਓ, ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ, ਤੇ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇਨਸਾਨ ਨੂੰ ਇਆਣੀ ਮੱਤ ਵਾਲਾ ਕਹਿ ਕੇ ਹੀ ਨਵਾਜਿਆ। ਤੇ ਇਆਣੀ ਮੱਤ ਵਾਲਾ ਹੀ ਹੈ ਜਿਹੜਾ ਰੱਬ ਦੇ ਦਰ ਤੇ ਪ੍ਰਵਾਨਗੀ ਲੈਂਦਾ ਜੇ। ਮਤਾਂ ਸੋਚਿਓ ਵੀ ਦੁਨਿਆਵੀ ਤੌਰ ਤੇ ਬੰਦਾ ਆਪਣੀਆਂ ਸਿਆਣਪਾਂ ਦੇ ਨਾਲ ਤੇ ਰੱਬ ਦੀ ਦਰਗਾਹ ਤੇ ਪ੍ਰਵਾਨਗੀ ਲੈ ਲਏਗਾ? ਨਹੀਂ, ਕਿਉਂਕਿ ਸਿਆਣਪ ਨਾਲ ਕੀਤਾ ਕਰਮ ਜਿਹੜਾ ਹੈ ਨਾ, ਸਿਆਣਾ ਬੰਦਾ ਜਿਹੜਾ, ਉਹਦੇ ਕੀਤੇ ਹੋਏ ਹਰ ਗੁਨਾਹ, ਉਹਦੇ ਕੀਤੇ ਹੋਏ ਹਰ ਕਰਮ ਜਿਹੜੇ ਉਹ ਗੁਨਾਹ ਰੂਪ ਬਣ ਜਾਂਦੇ ਤੇ ਉਹ ਛਪ ਜਾਂਦੇ ਨੇ। ਉਹੀ ਗੁਨਾਹ ਕਿਤੇ, ਉਹੀ ਕਰਮ ਕਿਤੇ ਇੱਕ ਇਆਣੇ ਬੰਦੇ ਵੱਲੋਂ ਕੀਤਾ ਜਾਏ ਤੇ ਉਹ ਛਪਦੇ ਨਹੀਂ, ਉਹ ਛੁਪ ਜਾਇਆ ਕਰਦੇ। ਉਹਨਾਂ ਤੇ ਪਰਦਾ ਪਾ ਲਿਆ ਜਾਇਆ ਕਰਦਾ ਵੀ ਕੋਈ ਗੱਲ ਨਹੀਂ ਭਾਈ, ਇਆਣੀ ਮੱਤ ਦਾ ਮਾਲਕ ਹੈ। ਜਿਵੇਂ ਆਪਾਂ ਸੌਖੇ ਜਿਹੇ ਲਫ਼ਜ਼ਾਂ 'ਚ ਸੰਸਾਰਕ ਤੌਰ ਦੀ ਇੱਕ ਉਦਾਹਰਣ ਲੈਂਦੇ ਚੱਲੀਏ। ਇੱਕ ਕਰਮ ਐਸਾ ਹੈ, ਕੋਈ ਵੀ ਗਲਤੀ ਜਾਂ ਕੋਈ ਵੀ ਕਰਮ ਇੱਕ ਬੱਚੇ ਬਾਲਕ ਵੱਲੋਂ ਕੀਤਾ ਜਾਏ ਤੇ ਸੰਸਾਰ ਦੇ ਮਨੁੱਖਾਂ ਵੱਲੋਂ ਇਹ ਕਹਿ ਕੇ ਪਰਦਾ ਪਾ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ, ਅਜੇ ਬਾਲਕ ਹੈ, ਬੱਚਾ ਹੈ। ਜਦੋਂ ਸਮਝ ਆਏਗੀ ਸਮਝ ਜਾਏਗਾ, ਆਪਣੇ ਆਪ ਸਮਝ ਜਾਏਗਾ। ਤੇ ਉਹੀ ਕਰਮ ਕਿਤੇ ਇੱਕ ਸੂਝਵਾਨ ਮਨੁੱਖ ਦੇ ਵੱਲੋਂ, ਸਿਆਣੇ ਮਨੁੱਖ ਵੱਲੋਂ, ਜਿਹਨੂੰ ਆਪਾਂ ਕਹਿੰਦੇ ਵੀ ਹੁਣ ਮੱਤ ਵਾਲਾ ਹੋ ਗਿਆ, ਇਹ ਸਿਆਣਾ ਹੋ ਗਿਆ, ਤੇ ਉਹਦੇ ਵੱਲੋਂ ਕੀਤਾ ਜਾਏ, ਫਿਰ ਦੁਨੀਆ ਇਹ ਪਰਦਾ ਨਹੀਂ ਪਾਉਂਦੀ ਕਹਿ ਕੇ ਵੀ ਭਾਈ ਕੋਈ ਗੱਲ ਨਹੀਂ, ਅਜੇ ਇਆਣਾ ਹੈ, ਕੋਈ ਗੱਲ ਨਹੀਂ, ਅਜੇ ਬਾਲਕ ਹੈ, ਕੋਈ ਗੱਲ ਨਹੀਂ, ਅਜੇ ਬੱਚਾ ਹੈ। ਫਿਰ ਉਹ ਪਰਦੇ ਚੁੱਕਣ ਦੀ ਕੋਸ਼ਿਸ਼ ਕਰਦੀ ਵੀ ਜਿੰਨੇ ਚੁੱਕੇ ਜਾਣ, ਹੁਣ ਅਸੀਂ ਸਾਬਤ ਕਰ ਦਈਏ ਇਹ ਸੱਚਮੁੱਚ ਹੀ ਪਾਗਲ ਹੈ ਤੇ ਅਸੀਂ ਸਿਆਣੇ ਆ। ਰੱਬ ਦੀਆਂ ਨਜ਼ਰਾਂ 'ਚ ਤੇ ਪ੍ਰਵਾਨਗੀ ਨਹੀਂ ਨਾ ਮਿਲਣੀ। ਮਨੁੱਖਾਂ ਤੋਂ ਇੱਕ ਮਨੁੱਖ ਨੂੰ ਅੱਜ ਆਪਣੀ ਸਿਆਣਪ ਨਾਲ ਮੂਰਖ ਬਣਾ ਲਏਗਾ, ਕਿਉਂਕਿ ਅਗਲੇ ਸ਼ਲੋਕਾਂ ਵਿੱਚ ਜਾ ਕੇ ਮਾਲਕ ਜੀ ਨੇ ਜ਼ਿਕਰ ਕਰਨਾ
ਵੀ ਤੂੰ ਖੜੋਤਾ ਕਿੰਨਾ ਥਾਵਾਂ ਦੇ ਉੱਤੇ ਹੈ, ਕਦੇ ਇਹ ਗੱਲ ਸੋਚੀ ਹੈ, ਕਦੇ ਵਿਚਾਰੀ ਹੈ ਤੂੰ ਇਹਨਾਂ ਵੀ ਆਪਣੇ ਮਨ ਦੇ ਅੰਦਰ ਤੂੰ ਖੜਾ ਕਿਹੜੀ ਅਵਸਥਾ ਦੇ ਉੱਤੇ ਹੈ ਤੇ ਤੂੰ ਜੀਵਨ ਕਿਸ ਤਰੀਕੇ ਦਾ ਵਿਅਤੀਤ ਕਰ ਰਹੇ ਹੈ, ਬਸਰ ਕਰ ਰਹੇ ਹੈ, ਜ਼ਰੂਰੀ ਨਹੀਂ ਹੈ। ਤੇ ਮਾਲਕ ਜੀ ਨੇ ਨਾਲ ਇਹ ਕਿਹਾ, ਫਿਰ ਤਾਣ ਹੁੰਦੇ ਹੋਏ ਨਿਤਾਣਾ। ਕਿਸੇ ਕੋਲ ਤਾਕਤ ਹੋਵੇ, ਸੱਤਾ ਹੋਵੇ ਕਿਸੇ ਕੋਲ, ਤੇ ਉਹ ਆਪਣੇ ਆਪ ਨੂੰ ਨਿਤਾਣਾ ਕਿੱਦਾਂ ਖਵਾ ਲਏਗਾ? ਬੰਦੇ ਕੋਲ ਕੋਈ ਬਲ ਹੋਵੇ, ਕੋਈ ਤਾਕਤ ਹੋਵੇ, ਹੈ ਕੋਈ ਉਹ ਇਨਸਾਨ ਜਿਹੜਾ ਇਹ ਕਹਿ ਸਕਦਾ ਹੋਵੇ ਵੀ ਮੈਂ ਬਲਹੀਨ ਆ, ਮੇਰੇ ਕੋਲ ਬਲ ਨਹੀਂ ਹੈ? ਭਾਵੇਂ ਅਗਲਾ ਬਲਵਾਨ ਬਹੁਤ ਹੋਵੇ, ਸਾਰਾ ਸੰਸਾਰ ਨੂੰ ਬਲਵਾਨ ਮੰਨਦਾ ਹੋਵੇ, ਤੇ ਅਗਲਾ ਇਹ ਆਖੇ ਵੀ ਮੇਰੇ ਕੋਲ ਬਲ ਨਹੀਂ ਹੈ। ਭਾਈ ਤਾਣ ਦਾ ਮਤਲਬ ਬਲ, ਤਾਣ ਦਾ ਮਤਲਬ ਤਾਕਤ। ਹੁਣ ਤਾਕਤ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ, ਪੈਸੇ ਦੀ ਤਾਕਤ ਵੀ ਹੋ ਸਕਦੀ ਹੈ, ਰਾਜਨੀਤਿਕ ਤਾਕਤ ਵੀ ਹੋ ਸਕਦੀ ਹੈ, ਸੱਤਾ ਦੀ ਤਾਕਤ ਵੀ ਹੋ ਸਕਦੀ ਹੈ, ਜਾਂ ਸਰੀਰਕ ਬਲ ਹੋ ਸਕਦਾ ਹੈ, ਜਾਂ ਕਿਸੇ ਪ੍ਰਕਾਰ ਦੀ ਵੀ ਆਪਾਂ ਹੋ ਸਕਦਾ ਹੈ ਅਗਲੇ ਕੋਲ ਰਿੱਧੀਆਂ ਸਿੱਧੀਆਂ ਦਾ ਬਲ ਹੋਵੇ, ਰਿੱਧੀਆਂ ਸਿੱਧੀਆਂ ਦੀ ਤਾਕਤ ਹੋਵੇ। ਪਰ ਕਿਹੜਾ ਇਨਸਾਨ ਹੈ ਜਿਹੜਾ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਇਹ ਆਖੇ ਵੀ ਮੇਰੇ ਕੋਲ ਕੁਝ ਨਹੀਂ ਹੈ? ਭਾਈ ਹੈ ਨਹੀਂ ਮੇਰੇ ਕੋਲ ਕੋਈ ਬਲ, ਮੈਂ ਕਿਸੇ ਤਾਕਤ ਦਾ ਮਾਲਕ ਨਹੀਂ ਆ। ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਮੈਨੂੰ ਨਿਵਣਾ ਆਉਂਦਾ ਹੈ ਤੇ ਮੈਂ ਉਹਦੇ ਅੱਗੇ ਨਮਸਕਾਰ ਕਰਦਾ, ਉਹਦੇ ਅੱਗੇ ਮੈਂ ਝੁਕਦਾ ਹਾਂ। ਮੈਨੂੰ ਕਿਸੇ ਵੀ ਬਲ ਦੀ ਜਾਂ ਕਿਸੇ ਵੀ ਤਾਕਤ ਦੀ ਮੇਰੇ ਕੋਲ ਸਮਰੱਥਾ ਨਹੀਂ ਹੈ, ਤੇ ਨਾ ਹੀ ਮੈਂ ਕਿਸੇ ਤਾਕਤ ਦੇ ਸਮਰੱਥ ਹਾਂ ਮੈਂ ਆਪਣੇ ਬਲ ਨੂੰ ਵਰਤ ਸਕਾਂ। ਇੱਥੇ ਤੇ ਕਿਸੇ ਕੋਲ ਰਤਾ ਮਾਤਰ ਸੱਤਾ ਹੋਵੇ, ਰਤਾ ਮਾਤਰ ਕਿਤੇ ਰਾਜ ਭਾਗ ਹੋਵੇ, ਰਤਾ ਮਾਤਰ ਕਿਤੇ ਕੋਈ ਪੋਸਟ ਅਹੁਦਾ ਚੰਗਾ ਹੋਵੇ, ਤੇ ਅਗਲੇ ਨੂੰ ਆਪਣੇ ਅਹੁਦੇ ਦਾ ਮਾਣ ਹੋ ਜਾਂਦਾ, ਤੇ ਅਸੀਂ ਕਿਵੇਂ ਆਖ ਦਾਂਗੇ ਵੀ ਕੋਈ ਤਾਣ ਹੁੰਦਿਆਂ ਹੋਇਆਂ ਨਿਤਾਣਾ ਬਣ ਜਾਏਗਾ? ਰਤਾ ਮਾਤਰ ਕਿਸੇ ਨੂੰ ਅਹੁਦਾ ਵੇ ਕੇ ਤੇ ਵੇਖੋ। ਸਤਿਗੁਰੂ ਜੀ ਨੇ ਨਾ ਬਾਣੀ ਦੇ ਵਿੱਚ, ਆਪਾਂ ਇੱਕ ਪਿੱਛੇ ਸ਼ਲੋਕ ਵਿਚਾਰ ਕੇ ਆਏ ਸਾਂ ਜਿੱਥੇ ਸਤਿਗੁਰੂ ਜੀ ਨੇ ਇਹ ਆਖਿਆ ਸੀ ਵੀ ਚੂਹਾ ਨਹੀਂ ਮਾਣ ਬੰਦਿਆ, ਚੂਹਾ ਬੰਦਾ ਤੇ ਛੱਡੋ, ਇੱਕ ਚੂਹਾ ਨਹੀਂ ਮਾਣ ਜੇ ਉਹਦੀ ਪੂੰਛ ਮਗਰ ਛੱਜ ਬੰਨ ਦਿੱਤਾ ਜਾਏ। ਤੇ ਉਹ ਕਹਿੰਦਾ ਮੈਂ ਚੂਹਿਆਂ ਦਾ ਚੌਧਰੀ ਆ, ਮੈਂ ਇਹਨਾਂ ਦਾ ਆਗੂ ਆ, ਤੇ ਪਤਾ ਲੱਗਣਾ ਚਾਹੀਦਾ ਵੀ ਹੁਣ ਚੂਹਿਆਂ ਦਾ ਸਰਦਾਰ ਆ ਰਿਹਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਜ਼ਿਕਰ ਕੀਤਾ ਸੀ, ਕਹਿੰਦੇ ਭਾਈ ਚੂਹਾ ਖਾਡਣਾ ਮਾਵਈ ਤਿੱਕੜ ਬੰਨੇ ਛੱਜ। ਹੁਣ ਉਹਦੇ ਮਗਰ ਜਿਹੜਾ ਪੂੰਛ ਦੇ ਛੱਜ ਬੰਨਿਆ, ਉਹ ਛੱਜ ਦੱਸ ਰਿਹਾ ਵੀ ਇਹ ਚੂਹਿਆਂ ਦਾ ਸਰਦਾਰ ਹੈ। ਉਹ ਬੜੀ ਵਧੀਆ ਇੱਕ ਉਹਨੂੰ ਵਿਦਵਾਨਾਂ ਨੇ ਇੱਕ ਘਟਨਾ ਦੇ ਰੂਪ ਵਿੱਚ ਸਾਡੇ ਸਨਮੁਖ ਵਿਚਾਰ ਵਜੋਂ ਉਹਨਾਂ ਰੱਖਿਆ। ਕਹਿੰਦੇ ਵੀ ਬਿੱਲੀ ਜਿਹੜੀ ਉਹਨੇ ਆਇਆ ਕਰਨਾ, ਤੇ ਰੋਜ਼ ਉਹਨਾਂ ਨੇ ਬਿੱਲੀ ਨੇ ਆਉਣਾ ਤੇ 4-5 ਚੂਹੇ ਚੱਕਣੇ, ਤੇ ਅਗਲੀ ਨੇ ਪੇਟ ਭਰਨਾ ਚਲੇ ਜਾਣਾ। ਚੂਹਿਆਂ ਨੇ ਮੀਟਿੰਗ ਕਰ ਲਈ ਵੀ ਆਪਾਂ ਬਹਿ ਕੇ ਸਲਾਹ ਕਰਦੇ ਆਂ ਵੀ ਕੋਈ ਹੱਲ ਕਰੀਏ, ਇਦਾਂ ਤੇ ਆਪਣੇ ਸਾਰੇ ਬੰਦੇ ਮਾਰੇ ਜਾਣੇ। ਉਹਨਾਂ ਆਪਸ ਵਿੱਚ ਮੀਟਿੰਗ ਕੀਤੀ, ਸਲਾਹ ਕੀਤੀ, ਤੇ ਸਲਾਹ ਕਰਕੇ ਨਾ ਕਹਿੰਦੇ ਵੀ ਆਪਾਂ ਇਦਾਂ ਕਰਦੇ, ਬਿੱਲੀ ਦੇ ਗਲ 'ਚ ਟੱਲੀ ਪਾ ਦੇਣੇ। ਕਹਿੰਦੇ ਵੀ ਸਲਾਹ ਤੇ ਬੜੀ ਵਧੀਆ ਹੈ, ਚਲੋ ਵਧੀਆ, ਸਗੋਂ ਆਪਾਂ ਟੱਲੀ ਬੰਨ ਦਿੰਨੇ ਆ ਉਹਦੇ ਗਲ 'ਚ, ਤਾਂ ਜੋ ਜਦੋਂ ਆਇਆ ਕਰੇਗੀ ਟੱਲੀਆਂ ਖੜਕਿਆ ਕਰਨਗੀਆਂ, ਤੇ ਆਪਾਂ ਭੱਜ ਕੇ ਆਪਣੀਆਂ ਆਪਣੇ ਘਰਾਂ ਦੇ ਵਿੱਚ ਵੜ ਜਿਆ ਕਰਾਂਗੇ, ਫਿਰ ਆਪਾਂ ਨੂੰ ਬਿੱਲੀ ਫੜ ਨਹੀਂ ਸਕਦੀ। ਕਹਿੰਦੇ ਠੀਕ ਹੈ। ਹੁਣ ਹੋਇਆ ਕੀ, ਸਵਾਲ ਇਹ ਖੜਾ ਹੋ ਗਿਆ ਵੀ ਬਿੱਲੀ ਦੇ ਗਲ 'ਚ ਟੱਲੀ ਪਾਵੇ ਕਿਹੜਾ? ਵੀ ਤਿਆਰ ਤੇ ਸਾਰੇ ਹੀ ਹੋ ਗਏ, ਟੱਲੀ ਪਾ ਦਿੰਦੇ ਆ, ਜਾਨ ਬਚ ਜੇਗੀ ਆਪਣੀ। ਪਰ ਨਾਲ ਸਵਾਲ ਇਹ ਵੀ ਖੜਾ ਹੋ ਗਿਆ, ਹੁਣ ਜਾਵੇ ਕਿਹੜਾ ਟੱਲੀ ਪਾਉਣ ਵਾਸਤੇ, ਉਹਦੇ ਗਲ 'ਚ ਬੈਲ ਪਾਵੇ ਕਿਹੜਾ? ਕੋਈ ਅੱਗੇ ਨਾ ਆਵੇ। ਉਹਨੂੰ ਇਹ ਹੀ ਵੀ ਕਿਤੇ ਮੈਂ ਟੱਲੀ ਪਾਉਣ ਗਿਆ ਤੇ ਮਾਰਿਆ ਨਾ ਜਾਵਾਂ, ਅਗਲੀ ਮੇਰਾ ਭੋਜਨ ਬਣਾ ਲੇ। ਸਾਰਿਆਂ ਸਲਾਹ ਕੀਤੀ। ਇੱਕ ਮੋਟਾ ਤਾਜ਼ਾ ਚੂਹਾ ਜਿਹੜਾ ਸਾਰਿਆਂ ਦੇ ਵਿੱਚ ਬੜਾ ਆਪਣੇ ਆਪ ਨੂੰ ਬਲਵਾਨ ਕਹਿੰਦਾ ਸੀ, ਕਹਿੰਦੇ ਵੀ ਤੂੰ ਸਾਡਾ ਆਗੂ ਹੈ, ਤੂੰ ਸਰਦਾਰ ਹੈ ਸਾਡਾ, ਟੱਲੀ ਤੂੰ ਪਾ, ਤੂੰ ਬੜਾ ਬਲਵਾਨ ਹੈ। ਕਹਿੰਦਾ ਅੱਛਾ ਚਲੋ ਭਾਈ ਮੈਂ ਟੱਲੀ ਪਾ ਦਿੰਦਾ। ਕਹਿੰਦਾ ਪਰ ਇਹ ਕਿੱਦਾਂ ਪਤਾ ਲੱਗੇਗਾ ਵੀ ਮੈਂ ਸਰਦਾਰ ਹਾਂ? ਤੇ ਜਦੋਂ ਮੈਂ ਆਇਆ ਕਰਾਂ ਤੇ ਤੁਸੀਂ ਸਾਰਿਆਂ ਨੇ ਸਲੂਟ ਵੀ ਕਰਿਆ ਕਰਨਾ, ਮੈਨੂੰ ਨਮਸਕਾਰ ਕਰਿਆ ਕਰਨੀ ਵੀ ਸਾਡਾ ਸਰਦਾਰ, ਸਾਡਾ ਰਾਜਾ ਤੁਰਿਆ ਆਉਂਦਾ।
ਉਹਨਾਂ ਫੇਰ ਸਲਾਹ ਕੀਤੀ, ਕਹਿੰਦੇ ਗੱਲ ਤੇ ਇਹ ਵੀ ਹੈ ਵੀ ਕੋਈ ਗੱਲ ਨਹੀਂ, ਜਦੋਂ ਤੁਸੀਂ ਆਇਆ ਕਰੋਗੇ ਅਸੀਂ ਤੁਹਾਨੂੰ ਸਲੂਟ ਵੀ ਕਰਿਆ ਕਰਾਂਗੇ, ਤੁਹਾਡੇ ਅੱਗੇ ਝੁਕਿਆ ਕਰਾਂਗੇ, ਤੁਹਾਨੂੰ ਸਲਾਮ ਕਰਿਆ ਕਰਾਂਗੇ, ਇਹ ਵੀ ਸਾਨੂੰ ਮਨਜ਼ੂਰ ਹੈ। ਉਹ ਕਹਿੰਦਾ ਠੀਕ ਹੈ, ਪਰ ਕਹਿੰਦਾ ਇਹ ਦੱਸੋ ਤੁਹਾਨੂੰ ਪਤਾ ਕਿੱਦਾਂ ਲੱਗਿਆ ਕਰੇਗਾ ਵੀ ਤੁਹਾਡਾ ਬਾਦਸ਼ਾਹ ਤੁਰਿਆ ਆਉਂਦਾ, ਤੁਹਾਡਾ ਰਾਜਾ ਤੁਰਿਆ ਆਉਂਦਾ, ਤੁਹਾਨੂੰ ਪਤਾ ਕਿੱਦਾਂ ਲੱਗਿਆ? ਕਹਿੰਦੇ ਆਪਾਂ ਇਦਾਂ ਕਰਦੇ, ਤੁਹਾਡੀ ਪੂੰਛ ਨਾਲ ਛੱਜ ਬੰਨ੍ਹ ਦਿੰਨੇ ਆ। ਕਹਿੰਦੇ ਠੀਕ ਹੈ ਜੀ, ਬੰਨ੍ਹ ਦੋ। ਹੁਣ ਜਦੋਂ ਉਹਦੀ ਪੂੰਛ ਨਾਲ ਛੱਜ ਬੰਨ ਤਾਂ ਉਹਨੇ ਆਇਆ ਕਰਨਾ, ਖੜਕਦਾ ਆਇਆ ਕਰਨਾ, ਕਦੇ ਕਿਸੇ ਕੰਧ ਨਾਲ ਵੱਜਦਾ, ਕਦੇ ਕਿਸੇ ਕੰਧ ਨਾਲ ਵੱਜਦਾ ਆਇਆ ਕਰਨਾ ਉਹਨੇ। ਤੇ ਜਿਹੜੇ ਬਾਕੀ ਸਾਥੀ ਸੀ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਸਾਡਾ ਰਾਜਾ ਤੁਰਿਆ ਆਉਂਦਾ। ਅਗਲਿਆਂ ਨੇ ਖੜੋ ਜਾਣਾ, ਨਮਸਕਾਰਾਂ ਉਹਦੇ ਅੱਗੇ ਸਲਾਮਾਂ ਕਰਨੀਆਂ। ਉਹ ਬੜਾ ਹੋਰ ਜ਼ਿਆਦਾ ਆਕੜ 'ਚ ਆ ਗਿਆ ਵੀ ਆਹ ਤੇ ਮੈਨੂੰ ਕੰਮ ਹੀ ਬੜਾ ਚੰਗਾ, ਵੀ ਹੁਣ ਕੋਈ ਕੰਮ ਨਹੀਂ ਕਰਨਾ ਪੈਂਦਾ, ਕੋਈ ਪਰਵਾਹ ਨਹੀਂ, ਜਿਹਦੇ ਤੇ ਮਰਜ਼ੀ ਰੋਹਬ ਝਾੜਦਾ ਮੈਂ। ਪਰ ਹੁਣ ਜੋ ਕਾਲ ਨੂੰ ਮਨਜ਼ੂਰ ਸੀ ਹੋਣਾ ਤੇ ਉਹੀ ਹੈ ਨਾ। ਇੱਕ ਦਿਨ ਕੀ ਹੋਇਆ, ਹੁਣ ਬਿੱਲੀ ਤੁਰੀ ਆਵੇ, ਵੇਖ ਲਈ ਚੋਇਆ ਨੇ ਵੀ ਬਿੱਲੀ ਤੁਰੀ ਆਉਂਦੀ ਆ, ਭੱਜ ਕੇ ਸਾਰੇ ਵੜ ਗਏ ਆਪਣੇ ਆਪਣੇ ਘਰਾਂ 'ਚ। ਉਹ ਜਿਹਦੀ ਪੂੰਛ ਨਾਲ ਛੱਜ ਬੰਨਿਆ ਸੀ ਹੁਣ ਉਹਨੇ ਟੱਲੀ ਬੰਨਣੀ ਸੀ, ਉਹਨੂੰ ਕਹਿੰਦੇ ਵੀ ਉਹ ਅੱਗੇ। ਉਹ ਜਦੋਂ ਅੱਗੇ ਹੋਣ ਦੀ ਵਾਰੀ ਆਈ ਉਹ ਵੀ ਭੱਜਿਆ। ਜਦੋਂ ਉਹ ਭੱਜਿਆ ਤੇ ਉਹ ਛੱਜ ਹੁਣ ਆ ਕੇ ਲੱਤਾਂ 'ਚ ਵੱਜਦਾ, ਦੌੜਦਾ ਤੇਜ਼ੀ ਦੇ ਨਾਲ, ਕਦੇ ਕਿਸੇ ਕੰਧ 'ਚ ਵੱਜਦਾ। ਹੁਣ ਭੱਜਿਆ ਨਹੀਂ ਨਾ ਜਾਂਦਾ ਚੰਗੇ ਤਰ੍ਹਾਂ ਨਾਲ, ਚੰਗੇ ਤਰੀਕੇ ਨਾਲ ਦੌੜਿਆ ਨਹੀਂ ਜਾਂਦਾ। ਭੱਜਦਾ ਬਚਾਉਂਦਾ ਵਿਚਾਰਾ, ਬਚਦਾ ਬਚਾਉਂਦਾ ਆਪਣੇ ਘਰ 'ਚ ਤੇ ਵੜ ਗਿਆ, ਪਰ ਘਰ 'ਚ ਵੜਨ ਲੱਗਿਆ ਘਰ ਦੇ ਬਾਹਰ ਦਰਵਾਜ਼ੇ ਤੇ ਛੱਜ ਫਸ ਗਿਆ। ਵੀ ਹੁਣ ਕਰਾਂ ਕੀ? ਜੇ ਹੁਣ ਛੱਜ ਨਿਕਲੇ ਤੇ ਘਰ ਦੇ ਅੰਦਰ ਵੜੇ ਨਾ, ਜੇ ਛੱਜ ਨਿਕਲੇ ਤੇ ਘਰ 'ਚ ਵੜੇ, ਜਾਨ ਬਚੇ। ਉਹ ਛੱਜ ਐਸਾ ਫਸਿਆ, ਬਿੱਲੀ ਆਈ, ਅਗਲੀ ਨੇ ਫੜਿਆ, ਪੂੰਛ ਤੋਂ ਵੜ ਕੇ ਭੋਜਨ ਬਣਾਇਆ ਤੇ ਖਾ ਕੇ ਚਲੀ ਗਈ। ਹੈ ਵੀ ਮੋਟਾ ਤਾਜ਼ਾ ਤਗੜਾ ਸੀ, ਅਗਲੀ ਦਾ ਇੱਕੋ ਨਾਲ ਹੀ ਪੇਟ ਭਰ ਗਿਆ। ਹਾਲਾਤ ਸੱਚਮੁੱਚ ਸਮਾਜ ਦੇ ਐਸੇ ਬਣ ਚੁੱਕੇ ਨੇ ਵੀ ਜੇ ਕਿਸੇ ਕੋਲ ਰਤਾ ਮਾਤਰ ਸੱਤਾ, ਰਤਾ ਮਾਤਰ ਤਾਕਤ ਆ ਜਾਏ, ਉਹਦੀ ਪੂੰਛ ਨਾਲ ਛੱਜ ਆਪਣੇ ਆਪ ਹੀ ਵੱਜ ਜਾਂਦਾ ਹੈ। ਤੇ ਉਹਦੇ ਹਾਲਾਤ ਐਸੇ ਬਣ ਜਾਂਦੇ ਤੇ ਉਹ ਆਪਣੇ ਆਪ ਨੂੰ ਭਗਤ ਕਿੱਥੋਂ ਸਦਵਾ ਲੇਗਾ। ਮੈਂ ਰਾਤ ਦੇ ਦੀਵਾਨਾਂ 'ਚ ਵੀ ਆਪ ਸੰਗਤ ਦੇ ਸਨਮੁਖੇ ਬੇਨਤੀ ਕੀਤੀ ਸੀ, ਖਿਆਲ ਕਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਭਗਤੀ ਔਰ ਸ਼ਕਤੀ ਦਾ ਸੁਮੇਲ ਕੀਤਾ ਜੇ। ਸ਼ਕਤੀ ਤੇ ਭਗਤੀ ਦਾ ਕਦੇ ਸੁਮੇਲ ਨਹੀਂ ਹੋ ਸਕਦਾ, ਇਹ ਖਿਆਲ ਰੱਖਿਓ। ਭਗਤ ਬੰਦੇ ਕੋਲ ਸ਼ਕਤੀ ਆ ਜਾਏਗੀ, ਇਹਦੇ 'ਚ ਕੋਈ ਅਤਕਥਨੀ ਨਹੀਂ ਹੈ, ਪਰ ਸ਼ਕਤੀ ਵਾਲਾ ਬੰਦਾ ਕਦੇ ਭਗਤ ਬਣ ਜਾਏ, ਇਹ ਬੜਾ ਕਠਿਨ ਖੇਡ ਹੈ। ਜਿਹੜਾ ਬੰਦਾ ਸੰਤ ਹੈ ਉਹ ਸਿਪਾਹੀ ਬਣ ਜਾਏਗਾ, ਇਹਦੇ 'ਚ ਕੋਈ ਅਤਕਥਨੀ ਨਹੀਂ, ਪਰ ਕੋਈ ਸਿਪਾਹੀ ਸੰਤ ਬਣ ਜਾਏ ਇਹ ਬੜਾ ਕਠਿਨ ਖੇਡ ਹੈ। ਕੋਈ ਟਾਵਾਂ ਹੀ ਹੋਏਗਾ ਜਿਹੜਾ ਸਿਪਾਹੀ ਸੰਤ ਬਣ ਜਾਏਗਾ, ਨਹੀਂ ਤੇ ਸਿਪਾਹੀ ਨੂੰ ਤੇ ਇਹ ਹੁੰਦੀ ਵੀ ਮੈਂ ਸਿਪਾਹੀ ਆ ਭਾਈ, ਮੇਰੇ ਕੋਲ ਸੱਤਾ, ਮੇਰੇ ਕੋਲ ਤਾਕਤ, ਮੈਂ ਆਪਣੀ ਮਰਜ਼ੀ ਕਰ ਸਕਦਾ। ਸ਼ਕਤੀ ਵਾਲੇ ਨੂੰ ਤਾਂ ਇਹ ਹੁੰਦਾ ਵੀ ਭਗਤੀ ਦੀ ਕੀ ਲੋੜ ਹੈ, ਮੇਰੇ ਕੋਲ ਸ਼ਕਤੀ ਹੈ, ਤਾਕਤ ਹੈ, ਮੈਂ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦਾ। ਜੇ ਕੋਈ ਧਰਮੀ ਬੰਦਾ ਹੈ ਨਾ, ਧਰਮੀ ਬੰਦਾ ਰਾਜਾ ਬਣ ਸਕਦਾ, ਇਹਦੇ 'ਚ ਕੋਈ ਅਤਕਥਨੀ ਨਹੀਂ। ਪਰ ਜਿਹੜਾ ਰਾਜ ਗੱਦੀ ਤੇ ਬੈਠਾ ਹੈ ਉਹਨੂੰ ਅਸੀਂ ਕਹੀਏ ਵੀ ਹੁਣ ਤੂੰ ਰਾਜ ਗੱਦੀ ਤੇ ਬਹਿ ਗਿਆ, ਤੂੰ ਧਰਮੀ ਬਣ ਜਾ, ਇਹ ਕੰਮ ਔਖਾ ਹੈ। ਰਾਜ ਗੱਦੀ ਤੇ ਬਹਿ ਕੇ ਧਰਮੀ ਬਣ ਜਾਣਾ ਬੜਾ ਔਖਾ ਤੇ ਕਠਿਨ ਖੇਡ ਜੀ। ਤੇ ਮਾਲਕ ਕਹਿੰਦੇ ਤਾਣ ਹੁੰਦੇ ਹੋਏ ਨਿਤਾਣਾ। ਸੱਜਣਾ ਫਿਰ ਕਿਤੇ ਜਾ ਕੇ ਭਗਤ ਬਣੇਗਾ ਤੂੰ, ਜੇ ਬਲ ਹੁੰਦਿਆਂ ਹੋਇਆਂ ਮੰਨ ਲੇਗਾ ਵੀ ਮੈਂ ਨਿਰਬਲ ਆ, ਮੇਰੇ ਕੋਲ ਤਾਕਤ ਨਹੀਂ। ਫਿਰ ਤੀਜਾ ਜ਼ਿਕਰ ਕੀਤਾ, ਕਹਿੰਦੇ ਅਣਹੋਂਦੇ ਆਪ ਵੰਡਾਏ। ਇੱਕ ਤੇ ਉਹ ਹੈ ਨਾ ਜਿਹਦੇ ਕੋਲ ਵੰਡਣ ਨੂੰ ਹੈ ਹੀ ਨਹੀਂ, ਮਾਲਕ ਨੇ ਉਹਦਾ ਜ਼ਿਕਰ ਕੀਤਾ ਵੀ ਉਹਦੇ ਕੋਲ ਵੰਡਣ ਨੂੰ ਹੈ ਨਹੀਂ, ਉਹਦੇ ਕੋਲ ਸਿਰਫ ਆਪਣਾ ਹਿੱਸਾ ਬਚਿਆ, ਜਿਹੜਾ ਉਹਦਾ ਆਪਣਾ ਸੀ, ਵੀ ਜਿਹਦੇ ਨਾਲ ਉਹਨੇ ਪਰਿਵਾਰ ਪਾਲਣਾ ਸੀ, ਜਿਹਦੇ ਨਾਲ ਉਹਨੇ ਆਪਣੇ ਆਪ ਨੂੰ ਪ੍ਰਤਪਾਲਣਾ ਸੀ, ਆਪਣੀ ਪਾਲਣਾ, ਆਪਣੀ ਪੇਟ ਦੀ ਪੂਰਤੀ ਕਰਨੀ ਸੀ, ਉਹਦੇ ਕੋਲ ਸਿਰਫ ਉਹ ਹਿੱਸਾ ਬਚਿਆ। ਤੇ ਉਸ ਹਿੱਸੇ ਚੋਂ ਵੀ ਜਾ ਕੇ ਵੰਡ ਦਏ, ਫਿਰ ਭਗਤ ਸਦਵਾਉਣ ਦੇ ਕਾਬਲ ਹੈ। ਤੇ ਇੱਥੇ ਜੋ ਹਾਲਾਤ ਹੈ, ਸਾਨੂੰ ਵੰਡਣਾ ਨਹੀਂ, ਸਾਨੂੰ ਖੋਣਾ ਆਉਂਦਾ ਹੈ। ਕਿੰਨਿਆਂ ਕੁ ਨੂੰ ਵੰਡ ਲਿਆ ਅਸੀਂ, ਜਾਂ ਕਿੰਨਿਆਂ ਕੁ ਨੇ ਵੰਡ ਲਿਆ। ਮੈਂ ਸਾਰਿਆਂ ਦਾ ਜ਼ਿਕਰ ਨਹੀਂ ਜੇ ਕਰ ਰਿਹਾ,
ਕੋਈ ਟਾਵਾਂ ਹੈ ਵੀ ਜਿਹੜੇ ਵੰਡਦੇ ਨੇ ਤੇ ਜਿਨ੍ਹਾਂ ਨੇ ਵੰਡਿਆ, ਪਰ ਬਹੁਤਾਤ ਐਸੀ ਹੈ ਜਿਨ੍ਹਾਂ ਨੂੰ ਖੋਣਾ ਆਉਂਦਾ ਹੈ, ਵੰਡਣਾ ਨਹੀਂ। ਤੇ ਜੇ ਉਹ ਖੋਣ ਵਾਲਾ ਬੰਦਾ ਕਵੇ ਮੈਂ ਭਗਤ ਹਾਂ, ਤੇ ਕੀ ਉਹ ਰੱਬ ਦੇ ਦਰ ਤੇ ਰੱਬ ਦੀਆਂ ਨਿਗਾਹਾਂ 'ਚ ਪ੍ਰਵਾਨ ਹੋ ਜਾਏਗਾ? ਸੱਜਣਾ, ਪ੍ਰਵਾਨਗੀ ਤੇ ਉਹਨੂੰ ਮਿਲਦੀ ਹੈ ਜਿਹੜਾ ਨਾ ਹੁੰਦਿਆਂ ਹੋਇਆਂ ਵੀ ਵੰਡਣਾ ਜਾਣਦਾ ਹੋਵੇ। ਤੇ ਇਹ ਜਿਹੜਾ ਸਿਧਾਂਤ ਹੈ ਨਾ ਵੰਡਣ ਦਾ, ਬਾਬੇ ਨਾਨਕ ਨੇ ਕਦੇ ਆਪਣੇ ਸਰੀਰਕ ਰੂਪ 'ਚ ਹੀ ਸਾਨੂੰ ਸਮਝਾਤਾ ਸੀ ਵੀ ਜੇ ਕਿਤੇ ਵੰਡਣ ਦੀ ਸੋਚ ਤੇ ਤੇਰਾ ਚਿੱਤ ਹੋਵੇ ਨਾ ਵੰਡਣ ਦਾ, ਪਦਾਰਥਾਂ ਦੀ ਗੱਲ ਛੱਡ, ਧਨ ਦੀ ਗੱਲ ਛੱਡ, ਸੱਜਣਾ ਇੱਕ ਤਿਲ ਵੀ ਵੰਡ ਕੇ ਛਕਿਆ ਜਾ ਸਕਦਾ ਜੇ ਤੇਰੀ ਸੋਚ ਵੰਡ ਕੇ ਛਕਣ ਦੀ ਹੈ। ਤੇ ਜੇ ਤੇਰੀ ਮੱਤ, ਤੇਰੀ ਸੋਚ ਹੀ ਵੰਡ ਕੇ ਛਕਣ ਦੀ ਨਹੀਂ, ਤੇ ਖਿਆਲ ਕਰੀ ਭਾਵੇਂ ਤੇਰੇ ਕੋਲ ਖਜ਼ਾਨੇ ਕਿਉਂ ਨਾ ਹੋਣ, ਤੂੰ ਕਦੇ ਵੰਡ ਕੇ ਨਹੀਂ ਖਾ ਸਕਦਾ, ਤੂੰ ਕਦੇ ਵੰਡ ਕੇ ਨਹੀਂ ਛਕ ਸਕਦਾ। ਤੇ ਬਕਾਇਦਾ ਬਾਬੇ ਨਾਨਕ ਨੇ ਇਹ ਸਿੱਧ ਕਰਕੇ ਵਿਖਾਇਆ ਸੀ ਵੀ ਆਹ ਵੇਖੋ ਭਾਈ, ਵੰਡਣ ਦੀ ਜੇ ਸੋਚ ਹੈ ਤੇ ਆ ਤਿਲ ਵੀ ਵੰਡਿਆ ਜਾ ਸਕਦਾ। ਜਦੋਂ ਸਤਿਗੁਰੂ ਸਿੱਧਾਂ ਕੋਲ ਜਾਂਦੇ ਨੇ ਤੇ ਸਿੱਧਾਂ ਨੇ ਆਖਿਆ ਸੀ ਨਾ ਜੀ, ਅਸੀਂ ਸੁਣਿਆ ਤੁਸੀਂ ਸਮਾਜ ਨੂੰ ਹੋਕਾ ਦਿੱਤਾ, ਕਿਰਤ ਕਰੋ, ਨਾਮ ਜਪੋ, ਫਿਰ ਵੰਡ ਕੇ ਛਕੋ। ਬਾਬਾ ਜੀ ਕਹਿੰਦੇ ਵੀ ਹਾਂ ਭਾਈ, ਦਿੱਤੇ ਨੇ ਅਸੀਂ ਆਪਣੇ ਸਿੱਖ ਨੂੰ, ਸੇਵਕ ਨੂੰ, ਇਹ ਤਿੰਨ ਸਿਧਾਂਤ ਵੀ ਤੇਰੇ ਜੀਵਨ ਦਾ ਅੰਗ ਹੈ, ਨਾਮ ਜਪਣਾ, ਕਿਰਤ ਕਰਨੀ, ਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਫਿਰ ਵੰਡ ਕੇ ਛਕਣਾ। ਕਹਿੰਦੇ ਅੱਛਾ, ਜੇ ਤੁਸੀਂ ਵੰਡ ਕੇ ਛਕਣ ਦਾ ਹੋਕਾ ਦਿੰਦੇ ਹੋ, ਆ ਇੱਕ ਤਿਲ ਹੈ, ਇਹਨੂੰ ਵੰਡ ਕੇ ਛਕ ਕੇ ਵਿਖਾਓ, ਆ ਜਿੰਨੇ ਬੈਠੇ ਸਾਰਿਆਂ 'ਚ ਵਰਤਾਉਣਾ ਹੈ। ਹੁਣ ਜੇ ਤੇ ਅਸੀਂ ਆਪਣੇ ਨਜ਼ਰੀਏ ਨਾਲ ਵੇਖਦੇ ਤੇ ਕਹਿ ਦਿੰਦੇ ਜੀ ਲੈ ਇੱਕ ਤਿਲ ਵੀ ਕਿਤੇ ਵੰਡਿਆ ਜਾ ਸਕਦਾ, ਇਹ ਕਿਵੇਂ ਹੋ ਸਕਦਾ? ਕੋਈ 5 7 10 ਤਿਲ ਹੋਣ ਤੇ ਮੈਂ ਆਖਾਂ ਵੀ ਵੰਡੇ ਜਾਣਗੇ, ਪਰ ਇੱਕ ਤਿਲ ਕਿੱਦਾਂ ਵੰਡ ਦਾਂਗੇ? ਗੁਰੂ ਨਾਨਕ ਸਾਹਿਬ ਕਹਿੰਦੇ ਜੀ ਕੋਈ ਗੱਲ ਨਹੀਂ, ਤੁਸੀਂ ਤਿਲ ਦਿਓ, ਅਸੀਂ ਵੰਡ ਦਿੰਦੇ ਆ। ਕਿਉਂਕਿ ਬਾਬੇ ਨਾਨਕ ਨੇ ਕੱਲਾ ਸਮਾਜ ਨੂੰ ਨਹੀਂ ਵੰਡ ਕੇ ਛਕਣਾ ਸਿਖਾਇਆ, ਬਕਾਇਦਾ ਸਤਿਗੁਰੂ ਨੇ ਆਪ ਛਕ ਕੇ ਵਿਖਾਇਆ ਵੀ ਆਹ ਵੇਖੋ ਜੀ ਏਦਾਂ ਵੰਡ ਕੇ ਛਕਿਆ ਜਾਂਦਾ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਖਿਆ, ਕਹਿੰਦੇ ਮਰਦਾਨਾ ਜੀ ਇਹਨਾਂ ਕੋਲ ਕੁੰਡਾ ਸੋਟਾ ਪਿਆ, ਵੀ ਜਾਓ ਚੁੱਕ ਕੇ ਧੋ ਕੇ ਲਿਆਓ, ਕਿਉਂਕਿ ਅਗਲੇ ਆਪਣੇ ਹਿਸਾਬ ਨਾਲ ਚੱਲਦੇ ਸਨ। ਉਹਨਾਂ ਨੇ ਕੁੰਡਾ ਸੋਟਾ ਚੁੱਕਿਆ ਤੇ ਚੁੱਕ ਕੇ ਧੋ ਲਿਆਂਦਾ। ਧੋ ਕੇ ਤੇ ਜਦੋਂ ਬਾਬੇ ਨਾਨਕ ਅੱਗੇ ਲਿਆ ਕੇ ਰੱਖਿਆ, ਬਾਬੇ ਨਾਨਕ ਨੇ ਉਹ ਕੁੰਡੇ ਦੇ ਵਿੱਚ ਤਿਲ ਸੁੱਟਿਆ ਤੇ ਉਹਨੂੰ ਪੀਸਤਾ, ਤੇ ਨਾਲ ਭਾਈ ਮਰਦਾਨੇ ਨੂੰ ਕਿਹਾ ਵੀ ਇਹਨੂੰ ਜਲ ਨਾਲ ਭਰ ਦਿਓ ਹੁਣ। ਤੇ ਆ ਜਿੰਨੇ ਬੈਠੇ ਨੇ ਸਾਰੇ 'ਚ ਹੀ ਵਰਤਾ ਦੋ, ਕੋਈ ਐਸਾ ਨਹੀਂ ਰਹਿਣਾ ਚਾਹੀਦਾ ਜਿਹਨੂੰ ਨਾ ਮਿਲੇ। ਤੇ ਆਪਾਂ ਕਹਿ ਸਕਦੇ ਹਾਂ ਵਰਤਾਇਆ ਤੇ ਹੋਣਾ, ਵਰਤਾਉਣ ਤੋਂ ਬਾਅਦ 'ਚ ਵੱਧ ਵੀ ਗਿਆ ਹੋਣਾ, ਇਹ ਵੀ ਖਿਆਲ ਰੱਖਿਓ। ਬਾਬੇ ਨੇ ਵਰਤਾਇਆ, ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੇ ਕਹਿਣ ਮੁਤਾਬਕ ਉਹ ਤਿਲ ਵੰਡ ਕੇ ਛਕਾਇਆ, ਸਾਰਿਆਂ ਨੂੰ ਛਕਾਇਆ। ਜਦੋਂ ਸਾਰਿਆਂ ਨੇ ਛਕਿਆ ਤੇ ਛਕਣ ਤੋਂ ਬਾਅਦ 'ਚ ਫਿਰ ਉਹ ਵਧਿਆ ਵੀ ਹੋਣਾ, ਸੁਭਾਵਿਕ ਜਿਹੀ ਗੱਲ ਹੈ। ਜਲ ਪਾਉਣਾ ਸੀ, ਤਿਲ ਤੇ ਇੱਕ ਪੀਸ ਤਾ, ਹੁਣ ਜਲ ਜਿੰਨਾ ਮਰਜ਼ੀ ਪਾ ਲਿਆ ਜਾਏ ਉਹਦੇ 'ਚ। ਤੇ ਜਦੋਂ ਭਾਈ ਮਰਦਾਨੇ ਨੇ ਭਰ ਕੇ ਸਾਰਾ ਕੁੰਡਾ, ਉਹ ਦੌਰੀ ਜਿਹੜੀ ਸੀ ਉਹਨੂੰ ਭਰ ਕੇ ਜਦੋਂ ਸਾਰਿਆਂ 'ਚ ਵਰਤਾਇਆ ਹੋਣਾ, ਤੇ ਸਿੱਧ ਵੀ ਤੇ ਹੈਰਾਨ ਹੋਏ ਹੋਣੇ ਨੇ ਨਾ ਵੀ ਜੇ ਵੰਡ ਕੇ ਛਕਣ ਦੀ ਸੋਚ ਹੈ, ਫਿਤਰਤ ਹੈ, ਤੇ ਸੱਚਮੁੱਚ ਵੰਡ ਕੇ ਛਕਿਆ ਜਾ ਸਕਦਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਅਣਹੋਂਦੇ ਆਪ ਵੰਡਾਏ, ਫਿਰ ਕਿਤੇ ਜਾ ਕੇ ਕੋ ਐਸਾ ਭਗਤ ਸਦਾਏ, ਬਣਦਾ ਹੱਕਦਾਰ ਜਿਹੜਾ ਇਸ ਹੱਕ ਦੇ ਕਾਬਲ ਬਣ ਜਾਂਦਾ ਹੈ ਵੀ ਮੈਂ ਸੱਚਮੁੱਚ ਭਗਤ ਹਾਂ, ਕਿਉਂਕਿ ਮੇਰੇ ਕੋਲ ਆ ਤਿੰਨੋਂ ਚੀਜ਼ਾਂ ਨੇ। ਮੈਂ ਇਆਣਾ ਵੀ ਹਾਂ, ਬਲਹੀਨ ਕਮਜ਼ੋਰ ਵੀ ਹਾਂ, ਸਿਰਫ ਪ੍ਰਮਾਤਮਾ ਅੱਗੇ। ਇਹ ਵੀ ਖਿਆਲ ਰੱਖਿਓ, ਪਰਮਾਤਮਾ ਅੱਗੇ ਨਾ ਤੇ ਸਾਡਾ ਬਲ ਹੈ, ਨਾ ਸਾਡੀ ਸਿਆਣਪ ਹੈ। ਇਹ ਦੋ ਚੀਜ਼ਾਂ ਪਰਮਾਤਮਾ ਅੱਗੇ ਨੇ। ਦੁਨੀਆ ਤੇ ਜਿਹੜਾ ਇਨਸਾਨ
ਕਹਿ ਲੋ ਵੀ ਆਪਣੇ ਆਪ ਨੂੰ ਮੰਨ ਰਿਹਾ ਹੋਵੇ ਨਾ ਮੈਂ ਇਆਣਾ ਆ, ਤੇ ਦੁਨੀਆ ਸਗੋਂ ਹੋਰ ਮੂਰਖ ਬਣਾਉਂਦੀ ਹੈ ਉਹਨੂੰ, ਵੀ ਆਹ ਲੋ ਜੀ ਆ ਮੂਰਖ ਹੈ, ਇਹਨੂੰ ਬਣਾ ਲਓ ਜਿੰਨਾ ਬਣਦਾ। ਤੇ ਜਿੰਨਾ ਬਲਹੀਣ ਅਗਲਾ ਆਖੇ ਆਪਣੇ ਆਪ ਨੂੰ ਵੀ ਮੈਂ ਬਲਹੀਣ ਆ, ਦੁਨੀਆ ਉਨਾ ਹੀ ਦਬਾਉਂਦੀ ਹੈ। ਇਹਨੇ ਸਾਡਾ ਕੀ ਵਿਗਾੜ ਦੇਣਾ, ਹੈ ਹੀ ਬਲਹੀਣ। ਤੇ ਮਾਲਕ ਪਾਤਸ਼ਾਹ ਕਹਿੰਦੇ ਭਾਈ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਭਾਈ ਜਿਹੜਾ ਥੋੜਾ ਹੁੰਦਿਆਂ ਹੋਇਆਂ ਵੀ ਵੰਡ ਕੇ ਛਕਦਾ ਹੈ, ਉਹੀ ਆਪਣੇ ਆਪ ਨੂੰ ਭਗਤ ਅਖਵਾਉਂਦਾ ਹੈ। ਤੇ ਅਸਲ ਦੇ ਅੰਦਰ ਰੱਬ ਦੀਆਂ ਨਜ਼ਰਾਂ ਵਿੱਚ ਵੀ ਉਹੀ ਭਗਤ ਹੈ, ਤੇ ਪ੍ਰਵਾਨ ਵੀ ਉਹੀ ਹੁੰਦਾ ਹੈ ਜਿਹੜਾ ਆ ਤਿੰਨ ਗੁਣ ਆਪਣੇ ਜੀਵਨ ਦੇ ਅੰਦਰ ਵਸਾ ਲੈਂਦਾ ਹੈ। ਇਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿੀ ਠਾਹੇ, ਮਾਣਕ ਸਭ ਅਮੁੱਲ ਵੇ। ਫਿਰ ਜ਼ਿਕਰ ਕੀਤਾ ਸਾਡੀ ਬੋਲ ਚਾਲ ਦਾ, ਕਿਉਂਕਿ ਇਨਸਾਨ ਜਦੋਂ ਬੋਲਦਾ ਹੈ ਨਾ, ਤੇ ਬੋਲਣ ਲੱਗਿਆਂ ਕਈ ਚੀਜ਼ਾਂ ਦਾ ਖਿਆਲ ਤੇ ਧਿਆਨ ਰੱਖਣਾ ਪੈਂਦਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਭਾਈ ਬੋਲਣ ਲੱਗਿਆਂ ਇੰਨਾ ਕੁ ਖਿਆਲ ਕਰੀ, ਇੱਕ ਫਿੱਕਾ ਨਾ ਗਲਾਏ, ਕਿਸੇ ਨੂੰ ਫਿੱਕਾ ਨਾ ਗਲਾਵੀਂ, ਫਿੱਕਾ ਨਾ ਬੋਲੀ, ਕਿਉਂਕਿ ਸਭਨਾ ਮੈਂ ਸੱਚਾ ਧਣੀ, ਸਾਰਿਆਂ ਵਿੱਚੋਂ ਸੱਚਾ ਅਕਾਲ ਪੁਰਖ ਪਰਮੇਸ਼ਵਰ ਬੈਠਾ ਹੋਇਆ ਹੈ। ਹਿਆਉ ਨਾ ਕਹਿੀ ਠਾਹੀਂ, ਕਿਤੇ ਵੇਖੀ ਤੇਰਾ ਬੋਲ ਕਿਸੇ ਦਾ ਹਿਰਦਾ ਨਾ ਦੁਖਾ ਦੇ, ਕਿਸੇ ਦਾ ਦਿਲ ਨਾ ਢਾ ਦੇ। ਮਾਣਕ ਸਭ ਅਮੋਲਵੇਂ, ਕਿਉਂਕਿ ਸਾਰੇ ਬੜੇ ਅਮੁੱਲਵੇਂ ਮੋਤੀ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ। ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆ ਨਾ, ਤੇ ਗੁਰਬਾਣੀ ਨੇ ਸਾਨੂੰ ਹਰ ਵੇ ਤੋਂ ਜੀਵਨ ਜਾਚ ਜਿਹੜੀ ਉਹ ਬਖਸ਼ਿਸ਼ ਕੀਤੀ ਹੈ। ਤੇ ਗੁਰਬਾਣੀ ਨੇ ਪਹਿਲਾ ਸਵਾਲ ਹੀ ਇਹ ਰੱਖਤਾ ਸੀ, ਮੂੰਹੋਂ ਕੇ ਬੋਲਣ ਬੋਲੀ ਹੈ। ਸਾਨੂੰ ਬੋਲਣਾ ਕੀ ਚਾਹੀਦਾ ਹੈ? ਜਿਤ ਸੁਣ ਧਰੇ ਪਿਆਰ, ਵੀ ਜਿਹੜੇ ਬੋਲ ਸੁਣ ਕੇ ਰੱਬ ਸਾਡੇ ਨਾਲ ਪਿਆਰ ਕਰਨ ਲੱਗ ਜਾਏ, ਉਹ ਸਾਨੂੰ ਚੰਗਾ ਸਮਝੇ। ਤੇ ਜਵਾਬ ਇਹ ਦਿੱਤਾ ਸੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸੱਜਣਾ ਉਹਦੀ ਸ਼ੋਭਾ, ਉਹਦੀਆਂ ਵਡਿਆਈਆਂ ਜਿਹੜੀਆਂ ਨਾ ਆਪਣੀ ਜ਼ੁਬਾਨ ਨਾਲ ਉਹ ਬੋਲਿਆ ਕਰ, ਉਹਦੀ ਵਡਿਆਈ ਕਰਿਆ ਕਰ। ਤੇ ਰੱਬ ਦੀ ਵਡਿਆਈ ਕਦੇ ਫਿੱਕੀ ਨਹੀਂ ਜੇ ਹੋਈ, ਕਿਉਂਕਿ ਬਾਬਾ ਫਰੀਦ ਜੀ ਨੇ ਇਹ ਕਿਹਾ ਨਾ, ਇੱਕ ਫਿੱਕਾ ਨਾ ਗੱਲ ਆਏ। ਰੱਬ ਦੀ ਵਡਿਆਈ ਕਦੇ ਫਿੱਕੀ ਨਹੀਂ ਜੇ ਹੋਈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਰੱਬ ਦੀ ਵਡਿਆਈ ਕਰਦਾ ਕਰਦਾ ਜੀ ਰੱਬ ਦੀ ਵਡਿਆਈ ਵੀ ਫਿੱਕੀ ਕਰਨ ਲੱਗ ਪਿਆ। ਨਹੀਂ, ਰੱਬ ਦੀ ਵਡਿਆਈ ਹਮੇਸ਼ਾ ਰਸ ਵਾਲੀ ਹੁੰਦੀ ਹੈ। ਕੋਈ ਸੁਣਨ ਵਾਲਾ ਹੋਵੇ, ਕੋਈ ਸਮਝਣ ਵਾਲਾ ਹੋਵੇ, ਰੱਬ ਦੀ ਵਡਿਆਈ ਸਦਾ ਰਸ ਵਾਲੀ, ਆਨੰਦ ਦੇਣ ਵਾਲੀ ਹੁੰਦੀ ਹੈ। ਰੱਬ ਦੀ ਵਡਿਆਈ ਕਦੇ ਫਿੱਕੀ ਨਹੀਂ ਜੇ ਹੋਈ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜ਼ਿਕਰ ਕੀਤਾ ਵੀ ਅਸੀਂ ਬੋਲਣਾ ਕਿੱਥੇ ਹੈ, ਕਿਵੇਂ ਹੈ। ਸੰਤ ਮਿਲੇ ਕਿਛ ਸੁਣੀਐ ਕਹੀ ਹੈ, ਮਿਲੇ ਅਸੰਤ ਮਸਤ ਕਰ ਰਹੀ ਹੈ। ਭਾਈ ਆ ਵੀ ਬੋਲਣ ਦਾ ਤਰੀਕਾ, ਕਿੱਥੇ ਬੋਲਣਾ ਤੇ ਕਿੱਥੇ ਨਹੀਂ ਬੋਲਣਾ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਛੁੱਪ। ਤੇ ਨਾਲ ਸਤਿਗੁਰੂ ਜੀ ਇਹ ਵੀ ਕਹਿ ਦਿੰਦੇ ਨੇ, ਕਹਿੰਦੇ ਤੂੰ ਇਹ ਵੀ ਨਾ ਖਿਆਲ ਰੱਖੀ ਆਪਣੇ ਮਨ 'ਚ ਵੀ ਮੈਂ ਬੋਲਣਾ ਹੀ ਨਹੀਂ ਜ਼ੁਬਾਨ ਕਰਕੇ। ਸਤਿਗੁਰੂ ਜੀ ਇਹ ਕਹਿੰਦੇ ਨਾਲ, ਕਹਿੰਦੇ ਬੋਲ ਸੋ ਧਰਮੜੀ ਆ ਮੋਨ ਕਤ ਧਾਰੀ ਰਾਮ।
ਜੇ ਚੁੱਪ ਰਹਿਣ ਵਾਲੇ ਨੂੰ ਪ੍ਰਵਾਨਗੀ ਮਿਲਣੀ ਹੁੰਦੀ ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕੋਲ ਸ਼ਾਹ ਹੁਸੈਨ ਚੱਲ ਕੇ ਆਇਆ ਸੀ, ਬਾਬਾ ਗੁਰੂ ਅਰਜਨ ਸਾਹਿਬ ਜੀ ਉਹਨੂੰ ਕਹਿ ਦਿੰਦੇ ਵੀ ਠੀਕ ਹੈ, ਆ ਲੈ ਤੂੰ ਆਪਣੀ ਰਚਨਾ ਦੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਲਿਖ ਦਿੰਨੇ ਆ। ਕਿਉਂਕਿ ਉਹਨੇ ਪਹਿਲੋਂ ਸਾਰਿਆਂ ਦਾ ਸੁਣਿਆ, ਕਾਨੇ ਦੀ ਵੀ ਸੁਣੀ, ਛੱਜੂ ਦੀ ਵੀ ਸੁਣੀ, ਪੀਲੂ ਦੀ ਵੀ ਸੁਣੀ। ਵਾਰੀ ਆ ਗਈ ਸ਼ਾਹ ਹੁਸੈਨ ਦੀ। ਜਦੋਂ ਸ਼ਾਹ ਹੁਸੈਨ ਦੀ ਵਾਰੀ ਆਈ, ਅਗਲਾ ਕਹਿੰਦਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ, ਜਾ ਵੇ ਅੜਿਆ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਸੱਜਣਾ, ਇਹ ਨਿਰਾਸ਼ਤਾ ਨਹੀਂ। ਗੁਰੂ ਨਾਨਕ ਦੇ ਘਰ 'ਚ ਨਿਰਾਸ਼ਤਾ ਕਿੱਥੇ? ਕਿਉਂਕਿ ਉਹਨੇ ਤੇ ਰਚਨਾ ਇਸ ਕਰਕੇ ਰਚੀ ਨਾ ਵੀ ਜਿਹੜਾ ਕਾਨਾ ਸੀ, ਪੀਲੂ ਸੀ, ਛੱਜੂ ਸੀ, ਉਹ ਸਾਰੇ ਆਪਣੀ ਆਪਣੀ ਰਚਨਾ ਸੁਣਾ ਰਹੇ। ਉਹਨਾਂ ਨੇ ਆਪਣੀ ਆਪਣੀ ਰਚਨਾ ਸੁਣਾ ਕੇ ਤੇ ਗੁਰੂ ਅਰਜਨ ਸਾਹਿਬ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼, ਯਤਨ ਕੀਤਾ। ਕੋਈ ਕਹਿ ਰਿਹਾ ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਜਸ ਗਾਵੇਂ, ਖੋਜ ਦੇਖੋ ਮਤ ਕੋਈ ਰੇ। ਕੋਈ ਇਹ ਕਹਿ ਰਿਹਾ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋੜਿਓ ਨਾ ਆਲੂਦ ਭਏ। ਤੇ ਕੋਈ ਇਹ ਕਹਿ ਰਿਹਾ ਕਾਗਜ਼ ਸੰਧੀ ਪੂਤਰੀ ਤਉ ਨਾ ਤ੍ਰਿਆ ਨਿਹਾਰ। ਤੇ ਚੌਥੇ ਨੰਬਰ ਤੇ ਆ ਕੇ ਜਦੋਂ ਸ਼ਾਹ ਹੁਸੈਨ ਦੀ ਵਾਰੀ ਆਈ ਤੇ ਉਹ ਕਹਿੰਦਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ, ਜਾ ਵੇ ਅੜਿਆ। ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਵੀ ਸੱਜਣਾ ਨਹੀਂ, ਗੁਰੂ ਨਾਨਕ ਦਾ ਘਰ ਆ ਨਹੀਂ ਸਿਖਾਉਂਦਾ। ਗੁਰੂ ਨਾਨਕ ਦਾ ਘਰ ਤੇ ਇਹ ਸਿਖਾਉਂਦਾ ਬੋਲਣਾ, ਪਰ ਉਹਨਾਂ ਕੀ ਬੋਲਣਾ ਜਿੰਨੀ ਕੁ ਲੋੜ ਹੈ ਤੇ ਜ਼ਰੂਰਤ ਹੈ। ਬੋਲਣਾ ਹੈ ਤੇ ਬੋਲਣ ਲੱਗਿਆ ਅਸੀਂ ਇਹ ਖਿਆਲ ਰੱਖਣਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਾ ਸੱਟੀਐ ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਅਸੀਂ ਬੋਲਣ ਲੱਗਿਆਂ ਖਿਆਲ ਰੱਖਣਾ। ਤੇ ਮਾਲਕ ਪਾਤਸ਼ਾਹ ਜੀ ਕੀ ਕਹਿ ਰਹੇ? ਭਾਈ ਵੇਖ ਸਾਰਿਆਂ ਦਾ ਹਿਰਦਾ ਹੈ ਤੇ ਉਹ ਹਿਰਦਾ ਕੋਈ ਆਮ ਚੀਜ਼ ਨਹੀਂ ਹੈ। ਮਾਣਕ ਸਭ ਅਮੋਲਵੇਂ, ਬੜੇ ਅਮੁੱਲਵੇਂ ਮੋਤੀ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ। ਸੰਸਾਰਕ ਤੌਰ ਦੇ ਜਿਹੜੇ ਮੋਤੀ ਹੋਣਗੇ ਨਾ, ਲੱਖਾਂ ਕਰੋੜਾਂ ਅਰਬਾਂ ਰੁਪਏ ਕੀਮਤ ਪਾ ਕੇ ਉਹਨਾਂ ਦਾ ਮੁੱਲ ਪਾ ਲਾਂਗੇ, ਪਰ ਹਿਰਦੇ ਦਾ ਕਦੇ ਮੁੱਲ ਨਹੀਂ ਜੇ ਪਿਆ। ਏਡੇ ਕੀਮਤੀ ਮਾਣਕ ਤੇ ਮੋਤੀ ਨੇ। ਸਤਿਗੁਰੂ ਕਹਿੰਦੇ ਭਾਈ ਹਿਆਓ ਨਾ ਕਹਿ ਠਾਹੇ, ਖਿਆਲ ਰੱਖ ਭਾਈ ਹਿਰਦੇ ਕਰਕੇ ਕਦੇ ਕਿਸੇ ਨੂੰ ਕੋਈ ਏਦਾਂ ਦਾ ਬਚਨ ਨਾ ਬੋਲੀ ਕਿ ਅਗਲਾ ਹਿਰਦਾ ਕਰਕੇ ਟੁੱਟ ਜਾਏ, ਹਿਰਦੇ ਕਰਕੇ ਉਹ ਦੁਖੀ ਹੋ ਜਾਏ। ਅਗਲੇ ਦਾ ਦਿਲ ਨਾ ਢਾਈ, ਅਗਲੇ ਦਾ ਦਿਲ ਦੁਖਾਈ ਨਾ, ਕਿਉਂਕਿ ਉਹਦਾ ਦਿਲ, ਉਹਦਾ ਹਿਰਦਾ ਵੀ ਬੜਾ ਕੀਮਤੀ ਮਾਣਕ ਹੈ, ਬੜਾ ਕੀਮਤੀ ਮੋਤੀ ਹੈ। ਤੇ ਬੋਲਣ ਲੱਗਿਆਂ ਤੂੰ ਇਸ ਗੱਲ ਦਾ ਖਿਆਲ ਰੱਖ, ਇਸ ਗੱਲ ਨੂੰ ਵਿਚਾਰ ਕੇ ਤੇ ਫਿਰ ਬੋਲਣ ਦੀ ਕੋਸ਼ਿਸ਼ ਔਰ ਯਤਨ ਕਰਿਆ ਕਰ। ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ, ਜੇ ਤੋ ਪ੍ਰਿਆ ਦੀ ਸਿੱਕ, ਹਿਆਓ ਨਾ ਠਾਹੇ ਕਹੀਦਾ। ਸਤਿਗੁਰੂ ਜੀ ਫਿਰ ਦੂਜਾ ਸ਼ਲੋਕ, ਕਿਉਂਕਿ ਪਹਿਲੋਂ ਇਹ ਕਿਹਾ ਨਾ ਮਾਣਕ ਸਭ ਅਮੋਲਵੇਂ, ਕਹਿੰਦੇ ਫਿਰ ਦੂਜੀ ਗੱਲ ਇਹ ਖਿਆਲ ਰੱਖ ਕਿਸੇ ਦਾ ਦਿਲ ਢਾਉਣਾ ਬਿਲਕੁਲ ਰਤਾ ਮਾਤਰ ਵੀ ਚੰਗਾ ਨਹੀਂ ਹੈ। ਰਤਾ ਮਾਤਰ ਵੀ, ਕਿਉਂਕਿ ਸਭਨਾ ਮਨ ਮਾਣਕ, ਸਾਰਿਆਂ ਦੇ ਮਨ ਬੜੇ ਕੀਮਤੀ ਮਾਣਕ ਨੇ। ਠਾਹਣ ਮੂਲ ਮਚਾਂਗਵਾ, ਤੇ ਉਹ ਮੂਲ ਰਤਾ ਮਾਤਰ ਵੀ ਉਹਨਾਂ ਨੂੰ ਠਾਹਣ ਲਾਉਣੀ, ਉਹਨਾਂ ਨੂੰ ਦੁਖੀ ਕਰਨਾ, ਉਹਨਾਂ ਨੂੰ ਢਾਉਣਾ ਮਚਾਂਗਵਾ ਚੰਗਾ ਨਹੀਂ ਹੈ। ਤੇ ਉੱਤੋਂ ਰਹੀ ਗੱਲ ਰੱਬ ਨੂੰ ਮਿਲਣ ਦੀ, ਤੂੰ ਰੱਬ ਨੂੰ ਮਿਲਣ ਚੱਲਿਆ ਸੱਜਣਾ, ਤੇ ਫਿਰ ਜੋ ਤਉ ਜੇ ਤਉ ਪ੍ਰਿਆ ਦੀ ਸਿੱਖ, ਤੈਨੂੰ ਰੱਬ ਨੂੰ ਮਿਲਣ ਦੀ ਚਾਹ ਹੈ ਨਾ, ਇੱਛਾ ਹੈ, ਤੇ ਤੂੰ ਰੱਬ ਦਾ ਘਰ ਹੀ ਢਾਈ ਜਾਂਦਾ। ਕਿੱਡੀ ਹੈਰਾਨੀ ਦੀ ਗੱਲ ਹੈ, ਬੰਦਾ ਰੱਬ ਨੂੰ ਮਿਲਣ ਦੀ ਆਸ ਲਾ ਕੇ ਬੈਠਾ ਤੇ ਬੰਦਾ ਰੱਬ ਦਾ ਘਰ ਹੀ ਢਾਈ ਜਾਂਦਾ ਹੈ। ਕਿੱਥੋਂ ਮਿਲੇਗਾ ਰੱਬ? ਸੱਜਣਾ, ਜਿਹਨੂੰ ਮਿਲਣਾ ਹੋਵੇ ਅਗਲਿਆਂ ਦੇ ਘਰ ਢਾ ਕੇ ਨਹੀਂ ਮਿਲਿਆ ਜਾਂਦਾ, ਅਗਲਿਆਂ ਦੇ ਘਰ ਬਣਾ ਕੇ ਮਿਲਿਆ ਜਾਂਦਾ ਹੈ। ਢਾ ਕੇ ਕਿਹੜਾ ਮਿਲਦਾ? ਜੇ ਆਪਾਂ ਸੰਸਾਰਕ ਤੌਰ ਤੇ ਵੀ ਗੱਲ ਕਰਾਂਗੇ, ਅਸੀਂ ਕਿਸੇ ਨਾਲ ਮਿੱਤਰਤਾ ਪਾਉਣੀ, ਕਿਸੇ ਨਾਲ ਅਸੀਂ ਆਪਣਾ ਸੰਬੰਧ ਬਣਾਉਣਾ, ਤੇ ਅਸੀਂ ਜਾ ਕੇ ਕਹੀਏ ਲੈ ਮੈਂ ਤੇਰਾ ਘਰ ਢਾਉਣ ਆਇਆ, ਤੂੰ ਮੇਰੇ ਨਾਲ ਮਿੱਤਰਤਾ ਬਣਾ ਲਾ, ਤੇ ਅਗਲਾ ਬਣਾ ਲੇਗਾ? ਜੇ ਆਪਾਂ ਸੰਸਾਰਕ ਤੌਰ ਤੇ ਵੀ ਗੱਲ ਕਰਾਂਗੇ, ਅਸੀਂ ਕਿਸੇ ਨਾਲ ਮਿੱਤਰਤਾ ਪਾਉਣੀ, ਕਿਸੇ ਨਾਲ ਅਸੀਂ ਆਪਣਾ ਸੰਬੰਧ ਬਣਾਉਣਾ, ਤੇ ਅਸੀਂ ਜਾ ਕੇ ਕਹੀਏ ਲੈ ਮੈਂ ਤੇਰਾ ਘਰ ਢਾਉਣ ਆਇਆ, ਤੂੰ ਮੇਰੇ ਨਾਲ ਮਿੱਤਰਤਾ ਬਣਾ ਲਾ, ਤੇ ਅਗਲਾ ਬਣਾ ਲੇਗਾ? ਜੇ ਆਪਾਂ ਸੰਸਾਰਕ ਤੌਰ ਤੇ ਵੀ ਗੱਲ ਕਰਾਂਗੇ, ਅਸੀਂ ਕਿਸੇ ਨਾਲ ਮਿੱਤਰਤਾ ਪਾਉਣੀ, ਕਿਸੇ ਨਾਲ ਅਸੀਂ ਆਪਣਾ ਸੰਬੰਧ ਬਣਾਉਣਾ, ਤੇ ਅਸੀਂ ਜਾ ਕੇ ਕਹੀਏ ਲੈ ਮੈਂ ਤੇਰਾ ਘਰ ਢਾਉਣ ਆਇਆ, ਤੂੰ ਮੇਰੇ ਨਾਲ ਮਿੱਤਰਤਾ ਬਣਾ ਲਾ, ਤੇ ਅਗਲਾ ਬਣਾ ਲੇਗਾ?
ਅਗਲੇ ਦੇ ਢਹਿੰਦੇ ਘਰ ਨੂੰ ਜਾ ਕੇ ਬਚਾ ਲਾਂਗੇ, ਅਗਲੇ ਨੂੰ ਕਹਿਣਾ ਨਹੀਂ ਪਏਗਾ ਸੱਜਣਾ ਤੂੰ ਮੈਨੂੰ ਮਿੱਤਰ ਬਣਾ ਲਾ, ਉਹਨੇ ਆਪੇ ਹੀ ਬਣਾ ਲੈਣਾ ਵੀ ਇਹ ਮੇਰਾ ਘਰ ਬਚਾਉਣਾ ਹੈ। ਮੈਂ ਬਣਿਆ ਬਣਾਇਆ ਕਿਸੇ ਦਾ ਜਾ ਕੇ ਘਰ ਢਾ ਦਾਂ, ਅਗਲੇ ਨੂੰ ਮੁੜ ਕੇ ਕਹਾਂ ਮੈਨੂੰ ਮਿੱਤਰ ਬਣਾ ਲਓ, ਅਗਲਾ ਤੇ ਇਹੀ ਕਹੇਗਾ ਨਾ ਤੇਰੇ ਨਾਲੋਂ ਵੱਡਾ ਤੇ ਵੈਰੀ ਕੋਈ ਨਹੀਂ, ਤੂੰ ਮੈਨੂੰ ਵੀ ਬੇਘਰ ਕੀਤਾ, ਮੇਰਾ ਪਰਿਵਾਰ ਵੀ ਬੇਘਰ ਕਰਤਾ, ਤੇ ਮੈਂ ਤੈਨੂੰ ਮਿੱਤਰ ਕਿੱਥੋਂ ਬਣਾ ਲਾਂ। ਤੇ ਜੇ ਕਿਸੇ ਨੂੰ ਬੇਘਰ ਹੁੰਦੇ ਨੂੰ ਜਾ ਕੇ ਮੈਂ ਕਹਾਂ ਸੱਜਣਾ ਲੈ ਆ ਮੈਂ ਤੇਰੀ ਸਹਾਇਤਾ ਵਜੋਂ ਖੜੋਤਾ ਹੀ, ਜੇ ਕੋਈ ਤੇਰੇ ਘਰ ਨੂੰ ਅੱਜ ਤੋਂ ਬਾਅਦ ਚ ਢਾਉਣ ਆਵੇ ਤੇ ਤੂੰ ਮੇਰੇ ਨਾਲ ਉਹਦਾ ਸਾਹਮਣਾ ਕਰਾਈ, ਮੈਂ ਆਪੇ ਨਜਿੱਠਾਂਗਾ, ਤੇ ਅਗਲੇ ਨੂੰ ਕਹਿਣਾ ਨਹੀਂ ਪਏਗਾ ਤੂੰ ਮੈਨੂੰ ਮਿੱਤਰ ਬਣਾ ਲਾ, ਉਹਨੇ ਕਹਿਣਾ ਤੂੰ ਹੀ ਮੇਰਾ ਮਿੱਤਰ ਹੈ, ਬਾਕੀ ਕੋਈ ਅੱਗੇ ਨਹੀਂ ਆਇਆ, ਸਾਰੇ ਹੀ ਘਰ ਢਾਉਣ ਵਾਲੇ ਸਨ, ਪਰ ਇੱਕ ਤੂੰ ਹੀ ਹੈ ਜਿਹੜਾ ਘਰ ਬਚਾਉਣ ਵਾਸਤੇ ਆਇਆ ਹੈ। ਸਤਿਗੁਰੂ ਕਹਿੰਦੇ ਇਸ ਲਈ ਭਾਈ ਕੋਸ਼ਿਸ਼ ਕਰ ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਤੈਨੂੰ ਮਿਲਣ ਦੀ ਚਾਹ ਹੈ, ਇੱਛਾ ਹੈ, ਤੇਰੇ ਅੰਦਰ ਭਾਵਨਾ ਹੈ, ਤੇ ਖਿਆਲ ਰੱਖੀ ਹਿਆਉ ਨਾ ਠਾਹੇ ਕਹੀਂ ਦਾ, ਕਿਸੇ ਦਾ ਦਿਲ ਨਾ ਦੁਖਾਈ, ਕਿਸੇ ਦਾ ਦਿਲ ਨਾ ਤੋੜੀ, ਕਿਉਂਕਿ ਰੱਬ ਦਾ ਸਭ ਤੋਂ ਚੰਗਾ ਘਰ ਹਰ ਇਨਸਾਨ ਦਾ ਹਿਰਦਾ ਹੈ, ਤੇ ਜੇ ਹਿਰਦਾ ਤੋੜ ਕੇ ਰੱਬ ਨੂੰ ਮਿਲਣ ਦੀ ਇੱਛਾ ਰੱਖੇਗਾ ਤੇ ਤੇਰਾ ਇੱਕ ਬੜਾ ਵੱਡਾ ਭਰਮ ਔਰ ਭੁਲੇਖਾ ਹੈ, ਰੱਬ ਦਾ ਘਰ ਤੋੜ ਕੇ ਕਦੇ ਰੱਬ ਨੂੰ ਨਹੀਂ ਮਿਲਿਆ ਜਾਂਦਾ। ਥੋੜਾ ਜਿਹਾ ਪੱਖ ਮੈਂ ਹੁਣ ਇਤਿਹਾਸ ਦਾ ਵੀ ਰੱਖਦਾ ਚੱਲਾਂ, ਕਿਉਂਕਿ ਅੱਜ ਸਿੱਖਾਂ ਨੂੰ ਆਪਣਾ ਤਖਤ ਮਿਲਿਆ ਸੀ, ਜਿੱਥੇ ਅਗਲਿਆਂ ਨੂੰ ਗੁਰੂ ਸਾਹਿਬ ਨੇ ਇੰਨਾ ਹੱਕ ਦੇਤਾ ਕਿ ਤੁਹਾਨੂੰ ਦਿੱਲੀ ਦਰਬਾਰ 'ਚ ਜਾ ਕੇ ਫੈਸਲੇ ਕਰਾਉਣ ਦੀ ਜ਼ਰੂਰਤ ਨਹੀਂ ਹੈ। ਸਿੱਖਾ ਤੇਰੇ ਫੈਸਲੇ ਇੱਥੇ ਹੀ ਕਰੇਗਾ ਤੇ ਗੁਰੂ ਕਰੇਗਾ, ਇੱਥੇ ਹੀ ਹੋਣਗੇ ਤੇ ਗੁਰੂ ਕਰਨਗੇ। ਔਰ ਹੈਰਾਨੀ ਦੀ ਗੱਲ ਹੈ, ਜਦੋਂ ਤਖਤ ਦੀ ਉਚਾਈ ਮਾਪੀ ਜਾਂਦੀ ਹੈ ਨਾ, ਤੇ ਧਰਤੀ ਤੋਂ ਤਕਰੀਬਨ 3 ਫੁੱਟ ਉੱਚਾ ਤਖਤ ਬਣਾਇਆ ਜਾਂਦਾ। ਦਿੱਲੀ ਦਾ ਜਿਹੜਾ ਤਖਤ ਸੀ ਉਹ 3 ਫੁੱਟ ਉਚਾਈ ਦਾ ਸੀ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ, ਸਤਿਗੁਰੂ ਬਣਵਾਉਂਦੇ ਨੇ। ਪਰ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੁੰਦੀ ਤੇ ਅਕਾਲ ਤਖਤ ਉੱਤੇ ਜਿਹੜਾ ਤਖਤ ਬਣਦਾ ਹੈ ਉਹ 11 ਫੁੱਟ ਉਚਾਈ ਤੇ ਰੱਖਿਆ ਜਾਂਦਾ ਹੈ, ਦਿੱਲੀ ਨਾਲੋਂ ਉੱਚਾ ਹੈ। ਇੱਕ ਆ ਵੀ ਕਾਰਨ ਹੈ ਕਿ ਦਿੱਲੀ ਦੀਆਂ ਨਜ਼ਰਾਂ 'ਚ ਹਮੇਸ਼ਾ ਅਕਾਲ ਤਖਤ ਰੜਕਦਾ ਹੀ ਰਿਹਾ ਹੈ। ਆਪਣੇ ਨਾਲੋਂ ਉੱਚਾ ਕੌਣ ਜਰਦਾ ਦੂਜੇ ਨੂੰ? ਦਿੱਲੀ ਦਾ ਬਾਦਸ਼ਾਹ ਜਿਹੜਾ ਤਖਤ ਤੇ ਬੈਠਾ ਹੈ, ਹੁਣ ਉਹਦੇ ਜਾਣੇ ਤੇ ਮੈਂ ਹੀ ਆ ਨਾ ਬਾਦਸ਼ਾਹ, ਹੋਰ ਤੇ ਕੋਈ ਜੰਮਿਆ ਹੀ ਨਹੀਂ ਦੁਨੀਆ ਤੇ। ਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਦਿੱਲੀ ਦੇ ਤਖਤ ਨੂੰ ਨੀਵਾਂ ਦਿਖਾਉਣਾ ਮਕਸਦ ਨਹੀਂ ਸੀ ਵੀ ਅਸੀਂ ਇਹ ਸਾਬਤ ਕਰਨਾ ਵੀ ਇਹ ਨੀਵਾਂ ਹੈ, ਨਹੀਂ। ਬਸ ਸਾਬਤ ਇਹ ਨਹੀਂ ਸੀ ਕਰਨਾ, ਇਸ ਕਰਕੇ ਸਿੱਖਾਂ ਨੂੰ ਦਿੱਤਾ ਗਿਆ ਸੀ ਵੀ ਦਿੱਲੀ ਦੇ ਤਖਤ ਤੋਂ ਇਨਸਾਫ ਦੀ ਕੋਈ ਆਸ ਨਹੀਂ ਹੈ ਸਾਨੂੰ, ਸਾਡਾ ਆਪਣਾ ਤਖਤ ਹੈ ਜਿੱਥੇ ਇਨਸਾਫ ਸਾਡੇ ਨਾਲ ਹੋਵੇਗਾ ਤੇ ਸਿੱਖਾਂ ਨੂੰ ਇਨਸਾਫ ਮਿਲੇਗਾ। ਕਾਰਨ ਕਿਉਂਕਿ ਅਕਾਲ ਤਖਤ ਸਾਹਿਬ ਦੀ ਸਿਰਜਣਾ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਹੋ ਚੁੱਕੀ ਹੈ ਤੇ ਉਹ ਨਾ ਇਨਸਾਫੀ ਹੋਈ ਸੀ, ਤੇ ਕਿੱਥੋਂ ਇਨਸਾਫ ਹੋ ਜਾਂਦਾ ਸਿੱਖਾਂ ਨਾਲ? ਤੇ ਅਕਾਲ ਤਖਤ ਸਾਹਿਬ ਦੀ ਦਾਤ ਸਿੱਖਾਂ ਦੀ ਝੋਲੀ ਵਿੱਚ ਪਾ ਦੇਣਾ ਇੱਕ ਰਾਜਨੀਤਿਕ ਅੰਗ ਸੀ, ਸਿੱਖਾਂ ਨੂੰ ਦੇ ਦੇਣਾ ਵੀ ਸਿੱਖਾ ਤੂੰ ਕੱਲਾ ਭਗਤ ਨਹੀਂ, ਤੂੰ ਕੱਲਾ ਸੰਤ ਨਹੀਂ, ਆ ਵੇਖ ਜਿੱਥੇ ਮੀਰੀ ਤੇ ਪੀਰੀ ਦਿਵਸ ਆਪਾਂ ਕੱਲ ਮਨਾਇਆ, ਉੱਥੇ ਅੱਜ ਅਕਾਲ ਤਖਤ ਸਾਹਿਬ ਦੀ ਸਾਜਣਾ ਸਿਰਜਣਾ ਦਿਵਸ ਮਨਾ ਰਹੇ ਆ। ਮੀਰੀ ਤੇ ਪੀਰੀ ਦਾ ਸਿਧਾਂਤ ਵੀ ਉਹੀ ਜੋ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦਾ ਸਿਧਾਂਤ ਹੈ, ਇੱਕੋ ਜਿਹਾ। ਨਾਲ ਇਹ ਜ਼ਰੂਰ ਵੇਖੋ, ਨਿਸ਼ਾਨ ਸਾਹਿਬ ਵੀ 2 ਲਾਏ ਗਏ, ਇੱਕ ਨਹੀਂ। ਅਕਾਲ ਤਖਤ ਸਾਹਿਬ ਵਾਲੇ ਪਾਸੇ ਵੱਖਰਾ, ਹਰਮੰਦਰ ਸਾਹਿਬ ਵਾਲੇ ਪਾਸੇ ਵੱਖਰਾ। ਹਰਮੰਦਰ ਸਾਹਿਬ ਵਾਲਾ ਉੱਚਾ, ਅਕਾਲ ਤਖਤ ਸਾਹਿਬ ਵਾਲਾ ਨਿਸ਼ਾਨ ਸਾਹਿਬ ਨੀਵਾਂ, ਤੇ ਫਰਕ ਸਿਰਫ 1 ਫੁੱਟ ਦਾ, ਉਚਾਈ ਵਿੱਚ ਸਿਰਫ 1 ਫੁੱਟ ਦਾ ਫਰਕ ਹੈ। ਇੱਕ 101 ਫੁੱਟ ਦਾ ਹੈ ਹਰਮੰਦਰ ਸਾਹਿਬ ਵਾਲੇ ਪਾਸੇ,
ਜਿਹੜਾ ਦੂਜਾ ਉਹ 100 ਫੁੱਟ ਦੇ ਉੱਤੇ ਹੈ, ਅਕਾਲ ਤਖਤ ਸਾਹਿਬ ਵਾਲੇ ਪਾਸੇ ਵਾਲਾ। ਉਹ ਨਿਸ਼ਾਨ ਸਾਹਿਬ ਲਾ ਕੇ ਸਾਬਤ ਇਹ ਕੀਤਾ ਵੀ ਅਕਾਲ ਤਖਤ ਸਾਹਿਬ ਦੀਆਂ ਕੁਝ ਕੁ ਕਿਰਿਆਵਾਂ ਆਪਣੀਆਂ ਵੱਖਰੀਆਂ ਹੋਣਗੀਆਂ, ਕੁਝ ਕੁ ਕਰਮ ਵੱਖਰੇ ਹੋਣਗੇ, ਕੁਝ ਕੁ ਸਿਧਾਂਤ ਵੱਖਰੇ ਹੋਣਗੇ, ਪਰ ਹਰਮੰਦਰ ਤੋਂ ਉੱਚੇ ਨਹੀਂ ਹੋਣਗੇ, ਹਰਮੰਦਰ ਤੋਂ ਹੋਣਗੇ ਨੀਵੇਂ। ਰਾਜਨੀਤਿਕ ਕਿਰਿਆਵਾਂ ਜਿੰਨੀਆਂ ਵੀ ਹੁਣ ਹੋਣਗੀਆਂ ਵੱਖਰੀਆਂ ਹੀ, ਕਿਉਂਕਿ ਰਾਜਨੀਤੀ ਕਦੇ ਧਰਮ ਨਾਲ ਮਿਲੀ ਨਹੀਂ ਜੇ। ਹਮੇਸ਼ਾ ਖਿਆਲ ਰੱਖਿਓ, ਜੇ ਅਸੀਂ ਇਹ ਕਹੀਏ ਨਾ ਵੀ ਰਾਜਨੀਤੀ ਤੇ ਧਰਮ ਅਸੀਂ ਇੱਕ ਜਗ੍ਹਾ ਤੇ ਇਕੱਠੇ ਕਰ ਦਈਏ ਤੇ ਕਦੇ ਵੀ ਨਹੀਂ। ਰਾਜਨੀਤੀ ਦੀਆਂ ਜਿੰਨੀਆਂ ਕਿਰਿਆਵਾਂ ਨੇ ਸਾਰੀਆਂ ਵੱਖਰੀਆਂ ਨੇ, ਧਰਮ ਦੀਆਂ ਜਿੰਨੀਆਂ ਕਿਰਿਆਵਾਂ ਸਾਰੀਆਂ ਵੱਖਰੀਆਂ, ਪਰ ਜਿੰਨੀਆਂ ਰਾਜਨੀਤੀ ਦੀਆਂ ਕਿਰਿਆਵਾਂ ਨੇ ਉਹ ਸਾਰੀਆਂ ਹੋਣਗੀਆਂ ਧਰਮ ਦੇ ਅਧੀਨ, ਧਰਮ ਤੋਂ ਉਚੇਰੀਆਂ ਨਹੀਂ ਜਾਣਗੀਆਂ। ਅਕਾਲ ਤਖਤ ਸਾਹਿਬ ਵਾਲੇ ਪਾਸੇ ਦਾ ਨਿਸ਼ਾਨ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਇਸ ਗੱਲ ਦੀ ਪ੍ਰਤੀਕ ਜੇ। ਪਰ ਅੱਜ ਦਾ ਸਿੱਖ ਤੇ ਬਾਣੀ ਰਾਜਨੀਤਿਕ ਗਿਆ, ਇਹ ਤੇ ਧਰਮ ਦੇ ਨਾਂ ਤੇ ਵੀ ਰਾਜਨੀਤੀ ਕਰੀ ਜਾਂਦਾ। ਤੇ ਅੱਜ ਕਹਿ ਸਕਦੇ ਹਾਂ, ਖਿਮਾ ਕਰਿਓ ਮੈਂ ਇਹ ਬਚਨ ਵਰਤਨ ਲੱਗਿਆ, ਅੱਜ ਸਿੱਖ ਧਰਮ ਨਹੀਂ ਰਾਜਨੀਤੀ ਕਮਾ ਰਹੇ। ਜੇ ਧਰਮ ਦੇ ਕੋਈ ਕਰਮ ਵੀ ਕਰ ਰਿਹਾ ਨਾ, ਧਰਮ ਦਾ ਵੀ ਕੋਈ ਕੰਮ ਕਰ ਰਿਹਾ, ਤੇ ਉਹਦੇ ਪਿੱਛੋਂ ਪਹਿਲੋਂ ਸੋਚਦਾ ਉਹਦੇ ਮਗਰ ਮੈਨੂੰ ਇਹਦੇ ਚ ਰਾਜਨੀਤਿਕ ਲਾਭ ਕੀ ਹੈ। ਧਰਮ ਇੱਕ ਪਾਸੇ ਹੈ ਤੇ ਇਹਦੇ ਚ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਜੇ। ਸ਼ਾਇਦ ਫਿਰ ਉਹੀ ਹਾਲਾਤ ਬਣਦੇ ਜਾ ਰਹੇ ਨੇ ਜਿਨ੍ਹਾਂ ਹਾਲਾਤਾਂ ਨੂੰ ਕਦੇ ਵੇਖ ਕੇ ਬਾਬੇ ਨਾਨਕ ਨੇ ਆਖਿਆ ਸੀ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਧਰਮ ਦਾ ਚੰਦਰਮਾ ਫਿਰ ਛੁਪਦਾ ਜਾ ਰਿਹਾ ਤੇ ਕੂੜ ਦੀ ਜਿਹੜੀ ਅਮਾਵਸ ਹੈ ਨਾ, ਸੰਘਣੀ ਰਾਤ ਹੈ ਜਿਹੜੀ, ਹਨੇਰਾ ਦਿਨ ਬਾ ਦਿਨ ਵੱਧਦਾ ਜਾ ਰਿਹਾ। ਰਾਜਨੀਤੀ ਮਾੜੀ ਨਹੀਂ ਜੇ ਉਹਨੂੰ ਚਲਾਉਣ ਵਾਲਾ ਚੰਗਾ ਹੋਵੇ। ਕੀ ਅਕਾਲ ਤਖਤ ਸਾਹਿਬ ਉੱਤੇ ਗੁਰੂ ਹਰਗੋਬਿੰਦ ਸਾਹਿਬ ਫੈਸਲੇ ਨਹੀਂ ਕਰਦੇ ਰਹੇ? ਅਕਾਲ ਤਖਤ ਸਾਹਿਬ ਉੱਤੇ ਕੀ ਫੈਸਲੇ ਮਹਾਰਾਜਾ ਰਣਜੀਤ ਸਿੰਘ ਵੇਲੇ ਨਹੀਂ ਹੋਏ? ਸਮੇਂ ਦਾ ਕਿਤੇ ਦੌਰ ਵੇਖੋ ਤੇ ਸਹੀ, ਅਕਾਲ ਤਖਤ ਸਾਹਿਬ ਸਿੱਖਾਂ ਦਾ ਮੁੱਢ ਹੈ, ਜਿੱਥੇ ਹਰਮੰਦਰ ਸਾਹਿਬ ਕੇਂਦਰੀ ਅਸਥਾਨ ਹੈ। ਅਕਾਲ ਤਖਤ ਸਾਹਿਬ ਸਿੱਖਾਂ ਦਾ ਸਿਰਮੌਰ ਤਖਤ ਹੈ, ਕਹਿ ਸਕਦੇ ਹਾਂ ਸਿੱਖਾਂ ਦੀ ਅਦਾਲਤ ਹੈ, ਜਿੱਥੇ ਹਰ ਤਰ੍ਹਾਂ ਦਾ ਫੈਸਲਾ ਸਿੱਖ ਦਾ ਕੀਤਾ ਜਾਣਾ। ਤੇ ਸਿੱਖ ਨੂੰ ਬਕਾਇਦਾ ਉਹ ਤਖਤ ਸਿਰਜ ਕੇ ਦੇਣ ਦਾ ਮਤਲਬ ਤੇ ਇਹ ਹੀ ਸੀ ਨਾ ਵੀ ਸਿੱਖਾ ਅੱਜ ਤੋਂ ਬਾਅਦ ਤੈਨੂੰ ਇਨਸਾਫ ਲਈ ਗੁਹਾਰ ਦਿੱਲੀ ਦੇ ਤਖਤ ਅੱਗੇ ਜਾ ਕੇ ਲਾਉਣ ਦੀ ਲੋੜ ਨਹੀਂ ਹੈ। ਜੇ ਤੈਨੂੰ ਇਨਸਾਫ ਚਾਹੀਦਾ ਤੇ ਤੂੰ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਤੇ ਆਪਣਾ ਜਿਹੜਾ ਜੋ ਵੀ ਤੂੰ ਇਨਸਾਫ ਚਾਹੁੰਦਾ, ਤੇਰਾ ਮੁੱਦਾ ਜੋ ਵੀ ਹੈ, ਜੋ ਤੇਰਾ ਪੱਖ ਹੈ, ਤੂੰ ਅਕਾਲ ਤਖਤ ਸਾਹਿਬ ਉੱਤੇ ਆ ਕੇ ਰੱਖ ਤੇ ਉਹਦੇ ਤੇ ਵਿਚਾਰ ਕੀਤੀ ਜਾਏਗੀ, ਤੈਨੂੰ ਇਨਸਾਫ ਦਿਵਾਇਆ ਜਾਏਗਾ। ਕਿਉਂਕਿ ਸਿੱਖ ਨੂੰ ਕੱਲਾ ਧਰਮੀ ਨਹੀਂ ਬਣਾਇਆ, ਸਿੱਖ ਨੂੰ ਰਾਜਨੀਤਿਕ ਵੀ ਸਤਿਗੁਰੂ ਜੀ ਨੇ ਬਣਾਇਆ। ਪਰ ਇੰਨਾ ਜ਼ਰੂਰ ਸਿੱਖ ਨੂੰ ਸਿਖਾਇਆ ਕਿ ਸਿੱਖਾ ਤੇਰਾ ਧਰਮ ਰਾਜਨੀਤੀ ਉੱਤੇ ਹਾਵੀ ਹੋਵੇ, ਨਾ ਕਿ ਤੇਰੀ ਰਾਜਨੀਤੀ ਧਰਮ ਉੱਤੇ ਆਪਣਾ ਪ੍ਰਭਾਵ ਪਾ ਲਏ। ਤੂੰ ਰਾਜਗੱਦੀ ਤੇ ਬੈਠਾ ਹੋਵੇਂ ਤੇ ਤੈਨੂੰ ਧਰਮ ਚੇਤੇ ਹੋਵੇ, ਤੂੰ ਸੱਤਾ ਤੇ ਹੋਵੇਂ, ਸੱਤਾਧਾਰੀ ਹੋਵੇਂ ਤੇ ਤੈਨੂੰ ਧਰਮ ਚੇਤਾ ਹੋਵੇ। ਗੁਰੂ ਨਾਨਕ ਨੇ ਆਹ ਸਿਖਾਇਆ ਜੇ। ਇਹ ਥੋੜੀ ਸਿਖਾਇਆ ਵੀ ਤੂੰ ਧਰਮ ਵਿੱਚ ਬੈਠਾ ਹੋਵੇਂ, ਧਰਮ ਦੇ ਕਮਾਉਣ ਵਾਲੇ ਅਸਥਾਨ ਤੇ ਬੈਠਾ ਹੋਵੇਂ ਤੇ ਤੂੰ ਉੱਥੇ ਵੀ ਸੱਤਾ ਦੀਆਂ ਗੱਲਾਂ ਕਰੀ ਜਾਏ, ਉੱਥੇ ਵੀ ਸੱਤਾਧਾਰੀ ਬਣਨ ਦੀਆਂ ਗੱਲਾਂ ਕਰੀ ਜਾਏ ਤੇ ਉੱਥੇ ਵੀ ਰਾਜਨੀਤਿਕ ਬਣਨ ਦੀਆਂ ਗੱਲਾਂ ਕਰੇ। ਨਹੀਂ ਸੱਜਣਾ, ਧਰਮ ਅਸਥਾਨ ਤੇ ਐਸੀਆਂ ਬਾਤਾਂ ਚੰਗੀਆਂ ਨਹੀਂ ਲੱਗਦੀਆਂ। ਤੇ ਪਹਿਲਾਂ ਵੀ ਤੁਹਾਡੇ ਸਨਮੁਖ ਸ਼ਾਇਦ ਬੇਨਤੀ ਕੀਤੀ ਸੀ, ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦੋਵੇਂ ਹੈਨ ਆਮੋ ਸਾਹਮਣੇ। ਅਕਾਲ ਤਖਤ ਸਾਹਿਬ ਵਿੱਚ ਜਾ ਕੇ ਬੈਠੀਏ ਤੇ ਹਰਮੰਦਰ ਦੇ ਦਰਸ਼ਨ ਹੁੰਦੇ ਨੇ, ਪਰ ਹਰਮੰਦਰ ਸਾਹਿਬ ਅੰਦਰ ਜਾ ਕੇ ਵੇਖੀਏ ਤੇ ਅਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਜੇ ਹੁੰਦੇ। ਕਾਰਨ
ਇਹ ਕੋਈ ਸਾਇੰਟੀਫਿਕ ਨਹੀਂ ਹੈ ਵੀ ਉਹ ਇੱਕ ਪਾਸਿਓਂ ਦਿਸਦਾ ਤੇ ਦੂਜੇ ਪਾਸਿਓਂ ਨਹੀਂ ਦਿਸਦਾ। ਇਹਦੇ ਮਗਰਲਾ ਜਿਹੜਾ ਸਿਧਾਂਤ ਹੈ ਉਹਨੂੰ ਵੇਖੋ ਤੇ ਸਹੀ। ਸਿੱਖਾ ਅਕਾਲ ਤਖਤ ਰਾਜਨੀਤਿਕ ਦਾ ਪ੍ਰਤੀਕ ਹੈ ਨਾ, ਰਾਜਨੀਤੀ ਦਾ ਪ੍ਰਤੀਕ ਹੈ। ਉੱਥੇ ਬੈਠਾ ਸਿੱਖ ਸੱਤਾਧਾਰੀ ਹੈ, ਰਾਜਨੀਤਿਕ ਹੈ ਉੱਥੇ ਬੈਠਾ। ਤੇ ਰਾਜੇ ਨੂੰ ਧਰਮ ਚੇਤਾ ਹੋਣਾ ਚਾਹੀਦਾ। ਸਾਹਮਣੇ ਹਰਮੰਦਰ ਉਹਨੂੰ ਦਿਸਦਾ ਹੈ ਜਿਹੜਾ ਅਕਾਲ ਤਖਤ ਸਾਹਿਬ ਤੇ ਬੈਠਾ ਵੀ ਮੈਂ ਰਾਜਾ ਤੇ ਹਾਂ ਪਰ ਧਰਮ ਭੁੱਲ ਕੇ ਨਹੀਂ ਆ, ਰਾਜਾ ਤੇ ਹਾਂ ਪਰ ਧਰਮੀ ਆ। ਤੇ ਧਰਮ ਵਿੱਚ ਬੈਠੇ ਆ, ਕੋਈ ਰਾਜਨੀਤੀ ਨਹੀਂ। ਉੱਥੇ ਜਾ ਕੇ ਅਕਾਲ ਤਖਤ ਸਾਹਿਬ ਦਾ ਨਾਂ ਦਰਸ਼ਨ ਹੋਣੇ, ਨਾਂ ਦਿਸਣਾ ਇਸ ਗੱਲ ਦਾ ਪ੍ਰਤੀਕ ਹੈ। ਸਿੱਖ ਜਦੋਂ ਧਰਮੀ ਹੈ ਉਦੋਂ ਕਦੇ ਰਾਜਨੀਤਿਕ ਨਹੀਂ ਬਣੇ। ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਮੀਰੀ ਔਰ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸਤਿਗੁਰੂ ਜੀ ਨੇ ਇੱਕ ਵੱਖਰਾ ਮਾਰਗ ਤੇ ਚਲਾਇਆ ਹੀ ਚਲਾਇਆ। ਪਰ ਉਸ ਵਕਤ ਦੇ ਸਮੇਂ ਦੇ ਹਾਕਮਾਂ ਨੂੰ ਇੱਕ ਹਲੂਣਾ ਵੀ ਸੀ ਕਿ ਭੁਲੇਖੇ ਵਿੱਚ ਨਾ ਰਿਓ। ਅੱਜ ਤੱਕ ਧਰਮੀ ਬੰਦਿਆਂ ਨੂੰ ਦਬਾਉਂਦੇ ਆਇਓ, ਹੁਣ ਧਰਮੀ ਬੰਦੇ ਜਾਗਰੂਕ ਹੁੰਦੇ ਜਾ ਰਹੇ, ਜਾਗਦੇ ਜਾ ਰਹੇ। ਇਹ ਸਾਰੇ ਦੇ ਸਾਰੇ ਸੂਝਵਾਨ ਤੇ ਸਿਆਣੇ ਹੋ ਗਏ। ਹੁਣ ਇਹਨਾਂ ਨੇ ਆਪਣੇ ਧਰਮ ਨੂੰ ਬਚਾਉਣ ਦੇ ਲਈ ਆਪਣੇ ਹੱਥ 'ਚ ਖੜਗਾਂ ਵੀ ਪਕੜ ਲਈਆਂ ਨੇ। ਮਤਾਂ ਭੁਲੇਖੇ 'ਚ ਰਹੋ, ਕਿਉਂਕਿ ਜੋ ਪਹਿਲੋਂ ਦੇ ਹਾਲਾਤ ਸਨ ਉਹ ਇਹੀ ਸਨ ਕਿ ਰਾਜਾ ਰਾਜਗੱਦੀ ਤੇ ਬੈਠਾ, ਉਹ ਧਰਮ ਦੇ ਬੰਦੇ ਉੱਤੇ ਕਦੇ ਦਇਆ ਨਹੀਂ ਸੀ ਕਰਦਾ। ਧਰਮੀ ਬੰਦਾ ਇਕੱਲਾ ਧਰਮ ਹੀ ਕਮਾਈ ਜਾਂਦਾ ਸੀ, ਰਾਜਨੀਤਿਕ ਬੰਦਾ ਇਕੱਲਾ ਰਾਜਨੀਤੀ ਹੀ ਕਮਾਈ ਜਾਂਦਾ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆ ਦੋਵੇਂ ਚੀਜ਼ਾਂ ਦੇ ਕੇ ਇਹ ਸਾਬਤ ਕਰਤਾ ਸੀ। ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰੀ ਦੀ। ਤੇ ਆ ਸਾਬਤ ਕਰ ਰਹੇ ਸੀ ਢਾਡੀ ਨੱਥਾ ਤੇ ਅਬਦੁੱਲਾ ਜੀ, ਸਤਿਗੁਰੂ ਪਾਤਸ਼ਾਹ ਪੱਗ ਤੇਰੀ ਕੀ ਜਹਾਂਗੀਰ ਦੀ। ਬਾਦਸ਼ਾਹ ਦੀ ਪੱਗ ਵੀ ਤੁਹਾਡਾ ਕੀ ਮੁਕਾਬਲਾ ਕਰੇਗੀ, ਦਸਤਾਰ ਤੇ ਤੁਹਾਡੇ ਸਿਰ ਤੇ ਹੈ। ਬਾਦਸ਼ਾਹ ਤੇ ਐਵੇਂ ਆਪਣੇ ਸਿਰ ਤੇ ਰਾਜਗੱਦੀ ਵਾਲੀ ਪੱਗ ਬੰਨ ਕੇ ਤੇ ਆਪਣੇ ਆਪ ਨੂੰ ਕਹੀ ਜਾਂਦਾ ਮੈਂ ਸੱਤਾਧਾਰੀ ਹਾਂ। ਤੇ ਗੁਰੂ ਕਾ ਸਿੱਖ ਦੋਵੇਂ ਚੀਜ਼ਾਂ ਹੀ ਕੋਲੇ ਰੱਖਦਾ ਹੈ, ਮੀਰੀ ਵੀ ਤੇ ਪੀਰੀ ਵੀ, ਭਗਤੀ ਵੀ ਤੇ ਸ਼ਕਤੀ ਵੀ। ਹਾਂ, ਪਹਿਲੋਂ ਭਗਤੀ ਹੈ, ਸ਼ਕਤੀ ਬਾਅਦ ਵਿੱਚ। ਪਹਿਲੋਂ ਸੰਤ ਸੁਭਾਵ ਹੈ, ਸਿਪਾਹੀ ਰੂਪ ਬਾਅਦ ਵਿੱਚ। ਪਹਿਲੋਂ ਧਰਮੀ ਸੁਭਾਵ ਹੈ, ਰਾਜਨੀਤਿਕ ਬਾਅਦ ਵਿੱਚ। ਪੰਜ ਜਾਮਿਆਂ ਵਿੱਚ ਤਿਆਰੀ ਸੀ ਤੇ ਉਹ ਪੰਜਾਂ ਜਾਮਿਆਂ 'ਚ ਸਿੱਖ ਨੂੰ ਸਿਖਾਇਆ ਜ਼ਰੂਰ ਗਿਆ ਸੀ ਵੀ ਝੁਕਣਾ ਤੇ ਨਿਭਣਾ ਨਹੀਂ ਕਿਸੇ ਸੱਤਾਧਾਰੀ ਅੱਗੇ, ਕਿਸੇ ਜ਼ੋਰ ਵਾਲੇ ਅੱਗੇ, ਕਿਸੇ ਬਲ ਵਾਲੇ ਅੱਗੇ ਝੁਕਣਾ ਨਹੀਂ, ਪਰ ਦਬਾਉਣਾ ਵੀ ਕਿਸੇ ਨੂੰ ਨਹੀਂ। ਤੇ ਜੇ ਕੋਈ ਮਾਰਨ ਦੀ ਕੋਸ਼ਿਸ਼ ਕਰੇ ਇੱਥੋਂ ਤੱਕ ਆ ਜਾਈ ਵੀ ਇੰਨਾ ਕੁ ਉਹਦਾ ਜ਼ਬਰ ਸਹਿ ਲਈ ਸਬਰ ਦੇ ਉੱਤੇ ਕਿ ਅਗਲਾ ਮਾਰਦਾ ਤੇ ਮਰ ਵੀ ਜਾਈ, ਸ਼ਹਾਦਤ ਦਾ ਜਾਮ ਵੀ ਪੀ ਜੀ। ਪਰ ਜੇ ਅਗਲੇ ਨੂੰ ਫਿਰ ਵੀ ਸਮਝ ਨਾ ਆਵੇ ਤੇ ਫਿਰ ਨਾਲ ਮੀਰੀ ਦੀ ਤਲਵਾਰ ਧਾਰ ਲੈਣਾ ਆਹੀ ਕਾਰਨ ਸੀ। ਪੀਰੀ ਨੂੰ ਤੇ ਰਹਿਣ ਹੀ ਨਹੀਂ ਸੀ ਦਿੰਦੇ ਇਕੱਲੇ। ਜੇ ਪੀਰੀ ਨੂੰ ਰਹਿਣ ਦਿੰਦੇ ਹੁੰਦੇ ਤੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਿਉਂ ਕਰਦੇ? ਜੇ ਪੀਰੀ ਨੂੰ ਰਹਿਣ ਦਿੱਤਾ ਜਾਂਦਾ ਹੁੰਦਾ ਤੇ ਫਿਰ ਸਰਮੱਧ ਵਰਗਿਆਂ ਨੂੰ ਮਾਰਿਆ ਕਿਉਂ ਜਾਂਦਾ? ਜੇ ਪੀਰੀ ਨੂੰ ਰਹਿਣ ਦਿੱਤਾ ਜਾਂਦਾ ਹੁੰਦਾ ਤੇ ਫਿਰ ਜਿਹੜੇ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਸ਼ਹੀਦ ਕੀਤੇ ਗਏ ਉਹਨਾਂ ਨੂੰ ਕਿਉਂ ਸ਼ਹੀਦ ਕੀਤਾ ਜਾਂਦਾ? ਜੇ ਪੀਰੀ ਨੂੰ ਰਹਿਣ ਦਿੱਤਾ ਜਾਂਦਾ ਤੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀ ਹੁਣੇ ਨੇ ਜਾਂ ਭਗਤ ਰਵਿਦਾਸ ਜੀ ਹੁਣੇ, ਭਗਤ ਨਾਮਦੇਵ ਜੀ ਹੁਣੇ ਨੇ, ਉਹਨਾਂ ਦੇ ਉੱਤੇ ਲੋਕ ਸਮੇਂ ਦੇ ਰਾਜੇ, ਸਮੇਂ ਦੀਆਂ ਸਰਕਾਰਾਂ ਅਤਿਆਚਾਰ ਤੇ ਜ਼ੁਲਮ ਕਿਉਂ ਕਰਦੀਆਂ? ਪਰ ਕੱਲੀ ਪੀਰੀ ਨੂੰ ਰਹਿਣ ਨਹੀਂ ਸੀ ਦਿੱਤਾ ਜਾਂਦਾ, ਦਬਾ ਲੈਂਦੇ ਸਨ ਅਗਲੇ। ਤੇ ਫਿਰ ਜਦੋਂ ਪੀਰੀ ਨੂੰ ਦਬਾਉਣ ਲੱਗ ਪਏ, ਪੀਰੀ ਦੇ ਵਿੱਚ ਹੋਇਆ ਕਿ ਜਦੋਂ ਧਰਮ ਕਮਾਉਂਦਿਆਂ ਅਗਲੇ ਧਰਮ ਨੂੰ, ਧਾਰਮਿਕ ਸਥਾਨ ਨੂੰ ਢਾਉਣ ਆ ਗਏ। ਧਰਮ ਕਮਾਉਂਦਿਆਂ ਹੋਇਆਂ ਸਾਡੇ ਹੱਥ 'ਚੋਂ ਮਾਲਾ ਖੋਹਣ ਆ ਗਏ। ਧਰਮ ਕਮਾਉਂਦਿਆਂ ਹੋਇਆਂ ਸਾਡੇ ਹੱਥ 'ਚੋਂ ਗੁਰਬਾਣੀ ਦੀਆਂ ਪੋਥੀਆਂ ਖੋਹਣ ਆ ਗਏ। ਧਰਮ ਕਮਾਉਂਦਿਆਂ ਹੋਇਆਂ ਸਾਨੂੰ ਗੁਰੂ ਦਰਬਾਰ 'ਚੋਂ ਚੁੱਕ ਕੇ ਮਾਰਨ ਵਾਸਤੇ ਆ ਗਏ। ਤੇ ਫਿਰ ਮੀਰੀ ਚੁੱਕ ਲੈਣੀ ਜਾਇਜ਼ ਹੀ ਸੀ ਨਾ, ਇਹਦੇ 'ਚ ਤੇ ਕੋਈ ਨਾਜਾਇਜ਼ ਨਹੀਂ।
ਤਾਂ ਹੀ ਤੇ ਸਤਿਗੁਰੂ ਨੇ ਦਿੱਤੀ ਹੈ। ਤੇ ਇਸੇ ਪੱਖ ਨੂੰ ਜਾ ਕੇ ਫਿਰ ਅਗਾਂਹ ਕਲਗੀਧਰ ਪਾਤਸ਼ਾਹ ਨੇ ਕਹਿਤਾ ਸੀ, ਚੂੰ ਕਰ ਅਜ਼ਹਮਾਹੀਲ ਤੇ ਦਰ ਗੁਜਸ਼ਤ। ਸੱਜਣਾ, ਜਦੋਂ ਹੱਦ ਹੋ ਜਾਏ ਜ਼ਬਰ ਦੀ ਤੇ ਜ਼ੁਲਮ ਦੀ, ਫਿਰ ਜਿੱਥੇ ਤੇਰਾ ਸਬਰ ਦੀ ਵੀ ਹੱਦ ਮੁੱਕ ਜਾਏ, ਉੱਥੇ ਤੂੰ ਆਪਣੇ ਹੱਥ 'ਚ ਸ਼ਮਸ਼ੀਰ ਚੁੱਕ ਲਈ। ਆ ਤੈਨੂੰ ਵੇਖਣ ਤੇ ਵਿਖਾਉਣ ਵਾਸਤੇ ਨਹੀਂ ਦਿੱਤੀ, ਤੈਨੂੰ ਚਲਾਉਣ ਵਾਸਤੇ ਦਿੱਤੀ ਹੈ। ਤੇ ਵੇਖੀ ਕਿਤੇ ਚਲਾਉਣੀ ਨਾ ਭੁੱਲ ਜੀ। ਔਰ ਨਾਲੇ ਵੀ ਪੱਖ ਜੇ ਸ਼ਸਤਰ ਦਿੱਤਾ ਵੀ ਤੇ ਸ਼ਸਤਰ ਅਭਿਆਸ ਵੀ ਦਿੱਤਾ। ਸਿੱਖਾ ਤੇਰੇ ਕੋਲ ਹੋਵੇ, ਇਹ ਨਾ ਹੋਵੇ ਹੱਥ 'ਚ ਸ਼ਸਤਰ ਫੜਿਆ ਹੋਵੇ ਤੇ ਚਲਾਉਣਾ ਆਉਂਦਾ ਹੀ ਨਾ ਹੋਵੇ। ਖੈਰ, ਤੇ ਹਾਂ, ਇੱਕ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਜ਼ਰੂਰ ਕਰਦਾ ਚੱਲਾਂ। ਸਮੇਂ ਮੁਤਾਬਕ ਹਰ ਚੀਜ਼ ਦਾ ਜਿਹੜਾ ਪੱਖ ਹੈ ਉਹ ਰੱਖਿਆ ਜਾਂਦਾ ਹੈ। ਹਰ ਚੀਜ਼ ਦਾ ਜਦੋਂ ਜਿਸ ਵਸਤੂ ਦੀ ਜ਼ਰੂਰਤ ਹੈ ਉਦੋਂ ਉਹ ਵਸਤੂ ਵਰਤੀ ਜਾਣੀ ਚਾਹੀਦੀ ਹੈ। ਤੇ ਮੈਂ ਪਹਿਲਾਂ ਵੀ ਸ਼ਾਇਦ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਹਥਿਆਰ ਕੋਈ ਖਾਸ ਨਹੀਂ ਹੈ। ਕਿਸੇ ਸ਼ਸਤਰ ਵੱਲ ਵੇਖ ਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹੀ ਸ਼ਸਤਰ ਹੈ। ਔਖੇ ਵਕਤ ਜਿਹੜਾ ਸ਼ਸਤਰ ਦੀ ਥਾਂ ਤੇ ਵਰਤਿਆ ਜਾਏ ਉਹੀ ਸ਼ਸਤਰ ਹੈ। ਔਖੇ ਸਮੇਂ ਜਿਹੜੀ ਵਸਤੂ ਸਾਡੇ ਕੰਮ ਆ ਜਾਏ ਰਾਖੀ ਦੇ, ਸਾਡੇ ਲਈ ਉਹੀ ਸ਼ਸਤਰ ਹੈ। ਹੁਣ ਹੱਥ 'ਚ ਅਸੀਂ ਪਿਸਤੌਲ ਫੜੀ ਹੋਵੇ, ਪਿਸਟਲ ਫੜਿਆ ਹੋਵੇ ਤੇ ਔਖੇ ਵਕਤ ਚੱਲੇ ਹੀ ਨਾ, ਅਸੀਂ ਉਹਨੂੰ ਕੀ ਕਰਨਾ? ਤੇ ਜੇ ਮੁਸ਼ਕਲ ਦੇ ਵੇਲੇ ਸਾਡੇ ਹੱਥ ਵਿੱਚ ਕਲਮ ਹੋਵੇ, ਪੈਨਸਲ ਹੀ ਫੜੀ ਹੋਵੇ, ਤੇ ਅਸੀਂ ਉਸ ਪੈਨਸਲ ਨਾਲ, ਆਪਣੀ ਕਲਮ ਨਾਲ ਆਪਣੀ ਰੱਖਿਆ ਕਰ ਲਈਏ, ਫਿਰ ਪਿਸਤੌਲ ਨਾਲ ਤੇ ਉਹ ਕਲਮ ਚੰਗੀ ਹੈ ਜਿਹੜੀ ਸਾਡੀ ਰਾਖੀ ਕਰ ਗਈ। ਹਥਿਆਰ ਖਾਸ ਨਹੀਂ ਕੋਈ ਵੀ, ਇਹਨੂੰ ਹੀ ਅਸੀਂ ਹਥਿਆਰ ਦਾ, ਸ਼ਸਤਰ ਦਾ ਨਾਮ ਦੇਾਂਗੇ। ਸ਼ਸਤਰ ਉਹੀ ਹੈ, ਹਥਿਆਰ ਉਹੀ ਜਿਹੜਾ ਲੋੜ ਪੈਣ ਤੇ ਸਾਡੇ ਕੰਮ ਆ ਜਾਏ। ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ। ਤੇ ਸਿੱਖਾ, ਤੈਨੂੰ ਦੋਵੇਂ ਚੀਜ਼ਾਂ ਦਿੱਤੀਆਂ ਮਾਲਕ ਨੇ, ਸ਼ਾਸਤਰ ਵਿਦਿਆ ਵੀ ਦਿੱਤੀ ਤੇ ਸ਼ਸਤਰ ਵਿਦਿਆ ਵੀ ਦਿੱਤੀ। ਹਰਮੰਦਰ ਵੀ ਦਿੱਤਾ ਤੇ ਅਕਾਲ ਤਖਤ ਸਾਹਿਬ ਵੀ ਦਿੱਤਾ। ਮੀਰੀ ਵੀ ਦਿੱਤੀ ਤੇ ਪੀਰੀ ਵੀ ਦਿੱਤੀ। ਗਿਆਨ ਕਲਮ ਵਾਲਾ ਵੀ ਦਿੱਤਾ ਤੇ ਸ਼ਸਤਰ ਵਿਦਿਆ ਵੀ ਦਿੱਤੀ। ਹਥਿਆਰਾਂ ਵਾਲਾ, ਸ਼ਸਤਰਾਂ ਵਾਲਾ ਗਿਆਨ ਵੀ ਦਿੱਤਾ। ਕੱਲਾ ਗੁਰੂ ਹਰਗੋਬਿੰਦ ਸਾਹਿਬ ਸ਼ਸਤਰਾਂ ਦਾ ਅਭਿਆਸ ਥੋੜੀ ਕਰਵਾਉਂਦੇ ਸਨ, ਨਾਲ ਸ਼ਾਸਤਰਾਂ ਦਾ ਅਭਿਆਸ ਵੀ ਕਰਵਾਇਆ ਜਾਂਦਾ ਹੈ। ਕੱਲਾ ਸਿੱਖਾਂ ਨੂੰ ਸ਼ਸਤਰ ਵਿਦਿਆ ਨਹੀਂ ਸੀ ਸਿਖਾਈ ਜਾਂਦੀ, ਨਾਲ ਗੁਰਬਾਣੀ ਦੀ ਸੰਥਿਆ ਵੀ ਦਿੱਤੀ ਜਾਂਦੀ ਹੈ। ਨਾਲ ਭਾਈ ਗੁਰਦਾਸ ਜੀ ਹੁਣੀ, ਬਾਬਾ ਬੁੱਢਾ ਜੀ ਹੁਣੀ, ਇਹ ਸਾਰੇ ਸਿੱਖਾਂ ਨੂੰ ਵਿਚਾਰਵਾਨ ਵੀ ਬਣਾਉਂਦੇ ਨੇ, ਸਿੱਖਾਂ ਨੂੰ ਬਾਣੀ ਪੜ੍ਹਨੀ ਸਿਖਾਉਂਦੇ ਨੇ। ਤੇ ਇਹ ਸ਼ਾਸਤਰ ਵਿਦਿਆ ਨਹੀਂ। ਜੋ ਸਮੇਂ ਦੀ ਲੋੜ ਹੈ ਉਹਦੇ ਮੁਤਾਬਕ ਚੱਲਣਾ। ਤੇ ਅੱਜ ਕਹਿ ਸਕਦੇ ਹਾਂ, ਇੱਕ ਸਿੱਖ ਨੂੰ ਆਪਣੇ ਬੱਚੇ ਦੇ ਹੱਥ ਵਿੱਚ ਕਿਰਪਾਨ ਫੜੀ, ਸ਼ਸਤਰ ਫੜਿਆ ਵੇਖ ਕੇ ਬੜੀ ਪ੍ਰਸੰਨਤਾ ਤੇ ਬੜੀ ਖੁਸ਼ੀ ਹੁੰਦੀ ਹੈ। ਜਦੋਂ ਕਿਤੇ ਨਿੱਕਾ ਜਿਹਾ ਬੱਚਾ ਗੱਤਕਾ ਖੇਡਦਾ ਹੈ ਨਾ, ਤੇ ਉਹਨੂੰ ਵੇਖ ਕੇ ਸਾਰੇ ਵੇਖਣ ਵਾਲੇ ਖੁਸ਼ ਹੁੰਦੇ ਵੀ ਆ ਬੜਾ ਸੋਹਣਾ ਗੱਤਕਾ ਖੇਡਦਾ, ਜੇ ਨਿੱਕਾ ਜਿਹਾ ਹੀ ਹੈ। ਉਹਦੀ ਮਾਂ ਬਾਪ, ਉਹਦਾ ਪਰਿਵਾਰ ਬੜਾ ਪ੍ਰਸੰਨ ਹੁੰਦਾ, ਸਾਡਾ ਬੱਚਾ ਸ਼ਸਤਰ ਚਲਾਉਣੇ ਸਿੱਖ ਗਿਆ। ਤੇ ਇੰਨੀ ਕੁ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਜ਼ਰੂਰ ਕਰਨੀ ਚਾਹਾਂਗਾ, ਭਲਿਓ ਸਿੱਖੋ, ਇੰਨਾ ਕੁ ਖਿਆਲ ਰੱਖਿਓ। ਉਦਣ ਤੁਹਾਨੂੰ ਬੜੀ ਖੁਸ਼ੀ ਹੋਈ ਜਿੱਦਣ ਤੁਹਾਡੇ ਬੱਚੇ ਨੇ ਹੱਥ ਵਿੱਚ ਕਿਰਪਾਨ ਫੜ ਕੇ ਚਲਾਈ। ਤੇ ਇੱਕ ਖਿਆਲ ਕਰਿਓ, ਉਦਣ ਤੁਹਾਡੀ ਪ੍ਰਸੰਨਤਾ ਦੁੱਗਣੀ ਹੋ ਜਾਣੀ ਚਾਹੀਦੀ ਹੈ ਜਿੱਦਣ ਬੱਚਾ ਆਪਣੇ ਹੱਥ 'ਚ ਕਲਮ ਫੜ ਕੇ ਤੇ ਲਿਖਣ ਲੱਗ ਜਾਏ। ਸਿੱਖਾ, ਉਦਣ ਨਿਰਾਸ਼ਤਾ ਨਾ ਹੋਵੇ, ਕਿਉਂਕਿ ਅੱਜ ਹਥਿਆਰ ਦੇ ਨਾਲੋਂ, ਕਿਰਪਾਨ ਦੇ ਨਾਲੋਂ ਕਲਮ ਦੀ ਤਾਕਤ ਜ਼ਿਆਦਾ ਕੰਮ ਕਰਦੀ ਹੈ। ਤੇ ਅੱਜ ਸਾਨੂੰ ਲੋੜ ਹੈ ਕਿਰਪਾਨਾਂ ਦੀ ਤਾਕਤ ਦੀ, ਸਾਨੂੰ ਕੋਈ ਕਮੀ ਨਹੀਂ ਜੇ, ਬੜੀ ਤਾਕਤ ਸਾਡੇ ਕੋਲ ਅੱਜ ਵੀ ਹਥਿਆਰਾਂ ਦੀ ਬਹੁਤ ਤਾਕਤ ਹੈ। ਅੱਜ ਕਹਿ ਦੇਣ ਸਿੱਖਾਂ ਨੂੰ ਵੀ ਤੁਸੀਂ ਲੜਨਾ ਹੈ, ਚਾਹੇ ਕਿਸੇ ਨੂੰ ਆਉਂਦਾ ਤੇ ਭਾਵੇਂ ਨਹੀਂ, ਪਹਿਲੋਂ ਹਥਿਆਰ ਚੁੱਕ ਕੇ ਤੁਰ ਪੈਣਗੇ ਵੀ ਅਸੀਂ ਤਿਆਰ ਹਾਂ ਲੜਨ ਨੂੰ ਵੀ ਤੇ ਮਰਨ ਨੂੰ ਵੀ। ਤੇ ਮੁਆਫ ਕਰਿਓ ਇਹ ਬਚਨ ਮੈਂ ਵਰਤਣ ਲੱਗਿਆ। ਤੇ ਜੇ ਕਹਿ ਦਈਏ ਨਾ ਵੀ ਸਿੱਖਾ ਕਿਸੇ ਨਾਲ ਵਿਚਾਰ ਕਰਨੀ, ਤੇ ਸਿੱਖ ਆਪਣੇ ਕਦਮ ਪਿੱਛੇ ਖਿੱਚਣ ਲੱਗ ਜਾਂਦਾ ਵੀ ਨਹੀਂ, ਮੇਰੇ ਕੋਲ ਇੰਨਾ ਗਿਆਨ ਕਿੱਥੇ। ਸਿੱਖਾ, ਜਿੱਥੇ ਹਥਿਆਰ ਚੁੱਕ ਕੇ ਅੱਗੇ ਜਾਣਾ ਹੈ ਨਾ, ਮੰਨਾਂਗੇ ਉਦਣ ਜਿੱਦਣ ਸੂਝਵਾਨ ਗਿਆਨਵਾਨਾਂ ਦੇ ਵਿੱਚ ਵੀ ਸਭ ਤੋਂ ਅੱਗੇ ਨੰਬਰ ਤੇਰਾ ਹੋਏਗਾ ਵੀ ਆ ਸਿੱਖ ਜੇ, ਜਿਹੜਾ ਸੂਝਵਾਨ ਵੀ ਹੈ, ਸਿਆਣਾ ਵੀ ਹੈ,
ਤੇ ਗਿਆਨ ਵਾਲੀ ਕੋਈ ਕਮੀ ਨਹੀਂ। ਇਸ ਕਰਕੇ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਸ਼ਸਤਰ ਵਿੱਦਿਆ ਦੇ ਨਾਲ ਨਾਲ ਸ਼ਾਸਤਰ ਵਿੱਦਿਆ ਜ਼ਰੂਰ ਦਿਓ। ਇਹ ਨਾ ਸੋਚੋ 10 ਪੜ੍ਹ ਗਿਆ ਬੜੀਆਂ, 12 ਪੜ੍ਹ ਗਿਆ ਬੜੀਆਂ ਨੇ। ਨਹੀਂ, 10 12 ਪੜ੍ਹੀਆਂ ਕਿਸੇ ਕੰਮ ਨਹੀਂ ਅੱਜ ਦੇ ਸਮੇਂ 'ਚ। ਅੱਜ ਤੇ ਕੋਸ਼ਿਸ਼ ਕਰੋ ਵੀ ਬੱਚਾ ਜਿੰਨਾ ਪੜ੍ਹਦਾ ਪੜ੍ਹਾਓ। ਇਹ ਨਾ ਸੋਚੋ ਵੀ 10ਵੀਂ 'ਚੋਂ ਰਹਿ ਗਿਆ ਉਹਨੇ ਪੜ੍ਹਨਾ ਕੋਈ ਨਹੀਂ। ਇੱਕ ਮੌਕਾ ਜੇ ਅਸੀਂ ਹੋਰ ਦੇ ਵੀ ਦੇਵਾਂਗੇ ਤੇ ਕਿੱਡੀ ਕੁ ਗੱਲ ਹੈ। ਪਰ ਸਾਡੀ ਇਹ ਦੁਖਾਂਤ ਹੈ ਕਿ ਜਿਹੜਾ 10ਵੀਂ 'ਚੋਂ ਇੱਕ ਵਾਰੀ ਫੇਲ ਹੋ ਗਿਆ, ਅਸੀਂ ਉਹਦੇ ਹੱਥ 'ਚ ਕਿਤਾਬਾਂ ਦੇ ਬੈਗ ਦੀ ਥਾਂ ਰੋਟੀ ਵਾਲਾ ਡੱਬਾ ਫੜਾ ਦੀਦਾ ਵੀ ਚੱਕ ਤੇ ਚੱਲ ਕੰਮ ਤੇ। ਆ ਦੁਖਾਂਤ ਹੈ ਸਾਡਾ। ਜ਼ਰੂਰਤ ਤੇ ਇਹ ਸੀ ਵੀ ਭਾਈ ਹੋ ਸਕਦਾ ਕੋਈ ਕਾਰਨ ਬਣਿਆ ਹੋਵੇ, ਨਹੀਂ ਅਗਲੇ ਕੋਲੋਂ ਪੜ੍ਹਿਆ ਗਿਆ, ਨਹੀਂ ਅਗਲਾ ਪ੍ਰੀਖਿਆ ਵਿੱਚ ਬੈਠ ਸਕਿਆ, ਅਗਲਾ ਪ੍ਰੀਖਿਆ 'ਚੋਂ ਫੇਲ ਹੋ ਗਿਆ, ਪਾਸ ਨਹੀਂ ਹੋ ਸਕਿਆ। ਇਹ ਥੋੜੀ ਹੈ ਕਿ ਅਗਲਾ ਹੁਣ ਅਗਾਂਹ ਪੜ੍ਹਨ ਦੇ ਕਾਬਿਲ ਹੀ ਨਹੀਂ ਹੈ। ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਸ਼ਾਸਤਰ ਵਿੱਦਿਆ ਤੇ ਸ਼ਸਤਰ ਵਿੱਦਿਆ ਦੋਵੇਂ ਚੀਜ਼ਾਂ ਦਈਏ। ਇਹੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਤੇ ਹਰਿਮੰਦਰ ਸਾਹਿਬ ਦੀ ਦਾਤ, ਇਹਨਾਂ ਦਾ ਸਿਧਾਂਤ ਜੇ ਸਿੱਖ ਨੇ ਦੋਵੇਂ ਹੀ ਸੰਭਾਲਣੇ। ਹਰਿਮੰਦਰ ਸਾਹਿਬ ਦੀ ਰਾਖੀ ਕਰਦਿਆਂ ਸਿੱਖ ਬੈਠਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਬੈਠਾ ਤੇ ਅਕਾਲ ਤਖਤ ਸਾਹਿਬ ਦੀ ਰਾਖੀ ਕਰਦਾ। ਜੇ ਹੁਣ ਹਰਿਮੰਦਰ ਨੂੰ ਕੋਈ ਢਾਉਣ ਆ ਜਾਏ, ਅਕਾਲ ਤਖਤ ਸਾਹਿਬ ਨੂੰ ਕੋਈ ਢਾਉਣ ਆ ਜਾਏ ਤੇ ਸਿੱਖ ਅੱਗੇ ਹੱਥ ਜੋੜ ਕੇ ਖੜੋ ਜਾਏ, ਨਹੀਂ ਜੀ ਤੁਸੀਂ ਢਾਇਓ ਨਾ, ਮੈਂ ਤੁਹਾਨੂੰ ਢਾਉਣ ਨਹੀਂ ਦੇਣਾ। ਉਦੋਂ ਸਿੱਖ ਦੇ ਜੇ ਅਕਾਲ ਤਖਤ ਤੇ ਹਰਿਮੰਦਰ ਤੇ ਜੇ ਅਬਦਾਲੀ ਵਰਗੇ ਜਾਂ 84 ਦੇ ਵਿੱਚ ਸਮੇਂ ਦੀਆਂ ਸਰਕਾਰਾਂ ਚੜ ਕੇ ਆ ਗਈਆਂ ਤੇ ਫਿਰ ਬਾਬਾ ਦੀਪ ਸਿੰਘ ਵਰਗੇ ਤੇ ਸਾਡੀ ਕੌਮ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਵਰਗੇ ਯੋਧੇ ਡਟ ਕੇ ਅੱਗੇ ਮੀਰੀ ਦੀਆਂ ਕਿਰਪਾਨਾਂ ਲੈ ਕੇ ਖੜੋਤੇ ਨੇ। ਅਸੀਂ ਜਾਨਾਂ ਤੇ ਵਾਰ ਜਾਾਂਗੇ, ਪਰ ਅਕਾਲ ਤਖਤ ਵੱਲ ਉਦੋਂ ਉਹਨਾਂ ਚਿਰ ਤੁਹਾਨੂੰ ਮੈਲੀ ਅੱਖ ਨਾਲ ਤੱਕਣ ਵੀ ਨਹੀਂ ਦਿੰਦੇ ਜਿੰਨਾ ਚਿਰ ਸਾਡੀਆਂ ਦੇਹਾਂ ਵਿੱਚ ਸਾਹ ਚੱਲਦੇ ਨੇ। ਆਹੀ ਜੇ ਮੀਰੀ ਤੇ ਪੀਰੀ ਦਾ ਸਿਧਾਂਤ, ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਦਾ ਸਿਧਾਂਤ। ਤੇ ਅੱਜ ਧੰਨ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਸਭਨਾ ਮਨ ਮਾਣਕ ਠਾਹਣ ਮੂਲ ਮਚੰਗਵਾ, ਜੇ ਤੋ ਪ੍ਰਿਆ ਦੀ ਸਿੱਖ, ਜੇ ਮਿਲਣ ਦੀ ਚਾਹ ਹੈ ਰੱਬ ਨੂੰ ਤੇ ਫਿਰ ਹਿਆਓ ਨਾ ਠਾਹੇ ਕਹੀਂ ਦਾ, ਕਦੇ ਕਿਸੇ ਦਾ ਹਿਰਦਾ ਨਾ ਦੁਖਾਈ, ਦਿਲ ਨਾ ਤੋੜੀ ਕਿਸੇ ਦਾ, ਕਿਉਂਕਿ ਸਭਨਾ ਮਨ ਮਾਣਕ, ਸਾਰਿਆਂ ਦੇ ਹਿਰਦੇ ਬੜੇ ਕੋਮਲ ਨੇ, ਬੜੇ ਜ਼ਿਆਦਾ ਕੀਮਤੀ ਰਤਨ ਨੇ ਤੇ ਰੱਬ ਦਾ ਘਰ ਹੈ। ਆਹ ਬਾਬਾ ਫਰੀਦ ਜੀ ਦੇ ਅੱਜ ਦੇ ਸ਼ਲੋਕ ਜੋ ਉਹਨਾਂ ਸਾਨੂੰ ਸਿੱਖਿਆ ਰੂਪ ਵਜੋਂ ਬਖਸ਼ਿਸ਼ ਕੀਤੇ, ਅੱਜ ਬਾਬਾ ਫਰੀਦ ਜੀ ਦੇ ਸ਼ਲੋਕਾਂ ਦੀ ਸੰਪੂਰਨਤਾ ਹੋਈ ਹੈ। 130 ਸ਼ਲੋਕਾਂ ਦੀ ਵਿਚਾਰ ਆਪ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤੀ। ਕੱਲ ਤੋਂ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਜਿਹੜੇ ਸਵਈਏ ਨੇ, ਜੋ ਅਕਾਲ ਪੁਰਖ ਪਾਤਸ਼ਾਹ ਦੀ ਉਸਤਤ, ਗੁਰੂ ਨਾਨਕ ਸਾਹਿਬ ਦੀ ਉਸਤਤੀ ਵਿੱਚ ਜੋ ਉਹਨਾਂ ਨੇ ਉਚਾਰਨ ਕੀਤੇ, ਉਹਨਾਂ ਦੀਆਂ ਵਿਚਾਰਾਂ ਆਪ ਸੰਗਤਾਂ ਇਸੇ ਤਰ੍ਹਾਂ ਲੜੀਵਾਰ ਦੀਵਾਨਾਂ ਵਿੱਚ ਸਰਵਣ ਕਰੋਗੀਆਂ। ਸਤਿਗੁਰੂ ਅੱਗੇ ਜ਼ਰੂਰ ਇੱਕ ਅਰਦਾਸ ਬੇਨਤੀ ਕਰਦੇ ਰਿਹਾ ਕਰੋ, ਮਾਲਕ ਪਾਤਸ਼ਾਹ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ।
ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੀ ਸਭਨਾਂ ਦੀ ਝੋਲੀ ਵਿੱਚ ਆਪਣੇ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਪਾਉਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਆਪ ਸਰਬੱਤ ਸੰਗਤ ਨੂੰ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਸਭਨਾ ਮਨ ਮਾਣਕ, ਠਾਹਣ ਮੂਲ ਮਚੰਗਵਾ। ਜੇ ਤੋ ਪ੍ਰਿਆ ਦੀ ਸਿਕ, ਹਿਆਓ ਨਾ ਠਾਹੇ ਕਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।